कि जो हरियाणा के सिख भाई हैं उनका एक बड़ा एतराज था। एतराज ये था कि जो हरियाणा के अंदर गुरु घर है, बजाय उन गुरु घरों के में जो पैसा आता है या जो भी चढ़ावा आता है या जो भी पैसे का मामला है, वो हरियाणा में खर्च होता था पंजाब में। जो सुप्रीम कोर्ट का ऑर्डर है उसको अच्छे से पढ़ो। उन्होंने नोटिफिकेशन किया है कि आप चुनाव कराएं, चुनाव कराने के बाद आप लोगों के मत से लेकर आए, तब आप प्रबंध के अंदर आ सकते हैं। जो दुनिया ये तस्वीर देख रही है, वीडियो देख रही है, टीवी चैनल, इलेक्ट्रॉनिक मीडिया, प्रिंट मीडिया, तो एको ही गल हो रही है कि जिहड़े सिख ने वो आपस ਵਿੱਚ लड़ रहे हैं तो एक दूसरे ਦੀਆਂ ਦਸਤਾਰਾਂ ਲਾ ਰਹੇ ਨੇ। ਜਦੋਂ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਗਈ ਤਾਂ ਪਹਿਲਾਂ ਉਹਨਾਂ ਨੇ ਦਾਦੂਵਾਲ ਸਾਹਿਬ ਨੂੰ ਪੂਰੀ ਸਰਪ੍ਰਸਤੀ ਦਿੱਤੀ, ਕਿਉਂਕਿ ਜੋ ਝਿੰਡਾ ਸਾਹਿਬ ਨਾਲ ਹੋਈ ਸੀ ਉਹ ਦਾਦੂਵਾਲ ਸਾਹਿਬ ਨੇ ਕੀਤੀ ਸੀ, ਜੋ ਦਾਦੂਵਾਲ ਸਾਹਿਬ ਨਾਲ ਹੋਈ ਉਹ ਹੁਣ ਕਰਮਜੀਤ ਸਿੰਘ ਨੇ ਕਰ ਦਿੱਤੀ। ਕਰਮਜੀਤ ਸਿੰਘ ਕੋਲ ਵੀ नहीं रहना। समझने वाला विषय यह है कि हरियाणा के सिख भाइयों ने जो लड़ाई लड़के गुरु घर की सेवा स्वयं करने का जो विचार किया, उसके ऊपर एतराज किस बात का? श्रोमणी अकाली दल, श्रोमणी गुरुद्वारा प्रबंधक कमेटी ते हरियाणा गुरुद्वारा की जिहड़ी मौजूदा जिहड़ी सियासत आई है, असी सारे लोग अपना जिहड़ा ना अपना सारा वजूद इन्हां लोकां दे दुआले कर रहे हैं जिन्हां ने राजनीतिक रोटियां सेकनियां ने अपने ढंग दे नाल। ਮੁਹੰਮਦ ਸਾਹਿਬ ਕਹਿ ਰਹੇ ਆ ਵੀ ਬੀਜੇਪੀ ਤੇ ਆਰਐਸਐਸ ਇਹ ਸਾਰਾ ਕੁਝ ਕਰ ਰਹੀ ਹੈ, ਇਹ ਸਾਰੇ ਲੋਕ ਮਖੌਟਾ ਨੇ, ਇਹ ਸਾਰੇ ਸਰਗਨਾ ਨੇ। ਆਖਿਰ ਲੋੜ ਕੀ ਪਈ ਹੈ ਸਾਨੂੰ ਮਜ਼ਹਬੀ ਪਕੌੜੇ ਤਲਣ ਦੀ? देखिए, बड़ा आसान होता है नवजोत जी ये कह देना कि सब भारतीय जनता पार्टी आरएसएस का इसके पीछे दिमाग है, आरएसएस का एजेंडा है। सवाल ये है कि आपने बोला कि दिल्ली गुरुद्वारा प्रबंधक कमेटी है और भी 16 गुरुद्वारा प्रबंधक कमेटी है, क्या सब में तलवार के जोर से या पुलिस बल के जोर से कब्जा लिया गया? हाँ या ना में? नहीं लिया गया ना? आपके पास कोई जवाब नहीं होगा इस चीज का। ये समस्या ही ना पैदा होती। अगर आप कानून की पालना करते, आप चीजों को देखते तो ऐतराज ना करते और ये समस्या ना पैदा होती। ऐसा क्यों हुआ, ये सवाल है। बीजेपी अपने रिमोट कंट्रोल ਦੇ ਰਾਹੀਂ ਤਿੰਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣੀ ਚਾਹ ਰਹੀ ਹੈ ਤੇ ਤਿੰਨਾਂ ਨੂੰ ਹੀ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਮਾਂ ਆਉਣ ਦੇ ਉੱਤੇ ਤੁਹਾਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਏਗੀ। ਜਿਨ੍ਹਾਂ ਦੇ ਨਾਲ ਤੁਸੀਂ ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਉਹ ਹੈ ਤੁਹਾਡੇ ਹੀ ਨੇ, ਲੇਕਿਨ ਜਦੋਂ ਤੁਸੀਂ ਕਹਿ ਰਹੇ ਹੋ ਕਿ ਇੰਟਰਫੇਅਰ ਕਰੋ ਉਦੋਂ ਹੀ ਉਹ ਕਰਦੇ ਨੇ, ਜਦੋਂ ਤੁਸੀਂ ਕਹਿ ਦਿਓਗੇ ਕਿ ਨਹੀਂ ਕਰਨਗੇ ਉਦੋਂ ਨਹੀਂ ਕਰਨਗੇ। ਇਹ ਤੁਹਾਨੂੰ ਵੀ ਪਤਾ ਇਸ ਗੱਲ ਦਾ। ਸਤਿ ਸ਼੍ਰੀ ਅਕਾਲ। ਦਾ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲ ਹਰਿਆਣਾ ਦੀ ਹੋਵੇਗੀ। ਹਰਿਆਣਾ ਦੀ ਸੜਕਾਂ ਤੇ ਬਣੇ ਤਣਾਅਪੂਰਨ ਮਾਹੌਲ ਦੀ ਹੋਵੇਗੀ। ਗੱਲ ਉਸ ਟਕਰਾਅ ਦੀ ਹੋਵੇਗੀ ਜੋ ਸਥਿਤੀ ਜੋ ਤਸਵੀਰਾਂ ਗੁਰਦੁਆਰਾ ਸਾਹਿਬ ਤੋਂ ਆਈਆਂ। ਗੱਲ ਸੇਵਾ ਦੀ ਹੈ, ਪਰ ਸੇਵਾ ਦੇ ਉੱਤੇ ਸਿਆਸਤ ਕਿਉਂ ਹੁੰਦੀ ਹੋਈ ਨਜ਼ਰ ਆ ਰਹੀ ਹੈ? ਜਦੋਂ ਅਸੀਂ ਸੇਵਾ ਕਰਨੀ ਹੈ ਫਿਰ ਅਸੀਂ ਲੜਨਾ ਕਿਸ ਗੱਲ ਦਾ ਹੈ? ਸਵਾਲ ਇਸ ਗੱਲ ਦਾ ਹੈ। ਜਦੋਂ ਅਸੀਂ ਸੇਵਾ ਕਰਨੀ ਹੈ ਤਾਂ ਸਾਨੇ ਇਹ ਅਜਿਹੀਆਂ ਚੀਜ਼ਾਂ, ਅਜਿਹੇ ਟਕਰਾਅ ਕਿਉਂ ਕਰਨੇ ਆ? ਸੇਵਾ ਤਾਂ ਹੱਸ ਕੇ ਕੀਤੀ ਜਾਂਦੀ ਹੈ, ਸੇਵਾ ਤਾਂ ਵਡਭਾਗੇ ਹੋ ਕੇ ਮਿਲਦੀ ਹੈ, ਸੇਵਾ ਤਾਂ ਨੀਵੇਂ ਹੋ ਕੇ ਮਿਲਦੀ ਹੈ, ਸੇਵਾ ਤਾਂ ਹਰ ਕੋਈ ਲੈਣਾ ਚਾਹੁੰਦਾ ਹੈ। ਪਰ ਕੀ ਇਹ ਸੇਵਾ ਲੈਣ ਪਿੱਛੇ ਕੋਈ ਖਾਸ ਮਕਸਦ ਹੈ? ਕੀ ਕੋਈ ਵੋਟ ਬੈਂਕ ਦਾ ਮਕਸਦ ਹੈ? ਕੀ ਕੋਈ ਗੋਲਕ ਦਾ ਮਕਸਦ ਹੈ? ਕਿਉਂਕਿ ਜਿਹੜੀ ਸਥਿਤੀ ਅੱਜ ਇਹ ਟਕਰਾਅ ਦੀ ਬਣਦੀ ਜਾ ਰਹੀ ਹੈ, ਇੱਕ ਪਾਸੇ SGPC ਯਾਨੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਜੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਇਹ ਦੋਵੇਂ ਆਪਸ ਦੇ ਵਿੱਚ ਟਕਰਾਅ ਵਾਲੀ ਸਥਿਤੀ 'ਚ ਕਿਉਂ ਆਈਆਂ ਨੇ? ਅਸਲ 'ਚ ਇਹ ਸਾਰੀ ਗੱਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ 2014 ਦੇ ਵਿੱਚ ਸਮਾਂ ਘੱਟ ਸੀ, ਭੁਪਿੰਦਰ ਹੁੱਡਾ ਹੋਰਾਂ ਦੀ ਸਰਕਾਰ ਸੀ, ਜਦੋਂ ਕਮੇਟੀ ਦੇ ਰੂਪ ਤੋਂ ਬਾਅਦ ਇੱਕ ਬਿੱਲ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਂਦਾ ਔਰ ਵੱਖਰੀ ਕਮੇਟੀ ਦੀ ਗੱਲ ਹੁੰਦੀ ਹੈ। ਫਿਰ ਐਡਹੌਕ ਕਮੇਟੀ ਬਣਾਈ ਜਾਂਦੀ ਹੈ, 41 ਮੈਂਬਰੀ ਕਮੇਟੀ ਹੁੰਦੀ ਹੈ। ਉਸ ਤੋਂ ਬਾਅਦ ਮੈਟਰ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋ ਜਾਂਦਾ, ਉਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਇਆ ਜਾਂਦਾ। ਸੋ ਗੱਲ ਤੁਰਦੀ ਖੱਟਰ ਸਰਕਾਰ ਹੋਰਾਂ ਤੱਕ ਪਹੁੰਚ ਜਾਂਦੀ ਹੈ, 31 ਮੈਂਬਰੀ ਕਮੇਟੀ ਤੱਕ ਪਹੁੰਚ ਜਾਂਦੀ ਹੈ।
ਦਾਦੂਵਾਲ ਹੋਰੀ ਪ੍ਰਧਾਨ ਬਣਦੇ ਹੈ, ਕਦੇ ਝਿੰਡਾ ਸਾਹਿਬ ਦੀ ਆਵਾਜ਼ ਉੱਠਦੀ ਹੈ, ਫਿਰ ਸੰਤ ਜੀ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਇਸ ਦੇ ਉੱਤੇ ਕਾਬਜ਼ ਹੋ ਜਾਂਦੇ ਆ ਤੇ ਗੁਰਦੁਆਰਿਆਂ ਦੀ ਸੇਵਾ ਲੈਣ ਦੇ ਨਾਮ ਦੇ ਉੱਤੇ ਜਿਹੜੀ ਸੇਵਾ ਉੱਥੇ ਕੀਤੀ ਜਾ ਰਹੀ ਹੈ, ਜਿਹੜੀ ਉੱਥੇ ਖਿੱਚ ਧੂ ਕੀਤੀ ਜਾ ਰਹੀ ਹੈ, ਇਹ ਬਦਨਾਮੀ ਕਰਨ ਵਾਲੀ ਗੱਲ ਹੈ, ਇਹ ਤੰਗ ਕਰਨ ਵਾਲੀ ਗੱਲ ਹੈ, ਪਰੇਸ਼ਾਨ ਕਰਨ ਵਾਲੀ ਗੱਲ ਹੈ। ਕਿਸੇ ਧਰਮ ਦੇ ਉੱਤੇ ਸਿੱਟੇ ਜਾਣ ਵਾਲੀ ਇੱਕ ਧੱਬੇ ਰੂਪੀ ਛਿੱਟਿਆਂ ਵਾਲੀ ਗੱਲ ਹੈ। ਕਿਉਂ ਅਸੀਂ ਇਹਨਾਂ ਚੀਜ਼ਾਂ ਤੇ ਸਿਆਸਤ ਕਰਦੇ ਹਾਂ? ਕਿਉਂ ਅਸੀਂ ਰਾਜਨੀਤੀ ਦੇ ਅੰਦਰ ਧਰਮੀ ਕੜਾਹਿਆਂ ਦੇ ਵਿੱਚ ਮਜ਼ਹਬੀ ਤੇਲ ਪਾ ਕੇ ਜਾਤ ਪਾਤ ਦੇ ਪਕੌੜੇ ਤਲਦੇ ਹਾਂ? ਕਿਉਂ ਨਹੀਂ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਸਕਦੇ? ਕਿਉਂ ਨਹੀਂ ਅਸੀਂ ਇਹਨਾਂ ਚੀਜ਼ਾਂ ਤੋਂ ਪਾਸੇ ਹੋ ਸਕਦੇ? ਅੱਜ ਇਸੇ ਨੂੰ ਲੈ ਕੇ ਚਰਚਾ ਕਰਾਂਗੇ। ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਆਏ ਹੈ, ਤੁਹਾਡਾ ਸਵਾਗਤ ਹੈ। ਤੇਜਵੀਰ ਸਿੰਘ ਪੰਜੋਖੜਾ ਜੀ, ਸਿੱਖ ਸੰਗਤ ਜਿਹੜੀ ਹਰਿਆਣੇ ਦੀ ਹੈ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਜਿਉ ਆਇਆ ਨੂੰ। ਔਰ ਬੀਜੇਪੀ ਹਰਿਆਣਾ ਤੋਂ ਗੱਲਬਾਤ ਰੱਖਣਗੇ ਪ੍ਰਵੀਨ ਅਤਰੇ ਸਾਹਿਬ। ਜਨਾਬ, ਇਸਤਕਬਾਲ ਹੈ ਇਸ ਚਰਚਾ ਦੇ ਅੰਦਰ। ਸਭ ਤੋਂ ਪਹਿਲਾਂ ਤਾਂ ਅਤਰੇ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਇਹ ਮਾਹੌਲ ਬਣਿਆ ਕਿਉਂ? ਕਿਉਂਕਿ ਬਹੁਤ ਸੌਖਿਆਂ ਬੀਜੇਪੀ ਦੇ ਵੱਲੋਂ ਸਵਾਲ ਖੜੇ ਕਰ ਦਿੱਤੇ ਜਾਂਦੇ ਆ ਜਿੱਥੇ ਬੀਜੇਪੀ ਰੂਲਿੰਗ ਸਟੇਟ ਨਹੀਂ ਹੁੰਦੀ ਕਿ ਮਾਹੌਲ ਤਣਾਅਪੂਰਨ ਹੈ, ਮਾਹੌਲ ਠੀਕ ਨਹੀਂ, ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ। ਹਰ ਸਮੇਂ ਜੇ ਦੇਖਿਆ ਜਾਵੇ, ਔਰ ਚਾਹੇ ਜਾਟ ਅੰਦੋਲਨ ਦੀ ਗੱਲ ਕਰੀਏ, ਚਾਹੇ ਪੰਚਕੂਲਾ ਦੀ ਗੱਲ ਕਰੀਏ, ਕਿੰਨੀ ਅਜਿਹੀਆਂ ਸਥਿਤੀਆਂ ਕਿਉਂ ਬਣਦੀਆਂ ਨੇ? और मैं समझता हूं कि आपको तो बहुत बेहतर पता होगा। हरियाणा के सिख भाइयों ने लगातार 20 साल से एक लड़ाई लड़ी कि जो गुरु घर हरियाणा के अंदर है, हरियाणा के सिख भाई चाहते थे कि उन गुरु घरों की सेवा वो स्वयं करें। इस तरह की बातें भी गाए बगाए आपके सामने भी आती रही होंगी कि जो हरियाणा के सिख भाई हैं उनका एक बड़ा एतराज था। एतराज ये था कि जो हरियाणा के अंदर गुरु घर है, बजाय उन गुरु घरों के में जो पैसा आता है या जो भी चढ़ावा आता है या जो भी पैसे का मामला है, वो हरियाणा में खर्च होता था पंजाब में। इसी तरह की लड़ाई गुरु घरों का जो सेवा है वो हरियाणा के सिख भाइयों के पास आ जाए। और आप बेहतर जानते हैं, पर मैं ਜਿਹੜੀ ਤੁਸੀਂ ਗੱਲ ਇੱਥੇ ਸ਼ੁਰੂ ਕੀਤੀ ਹੈ, ਜਿਹੜੀ ਹਰਿਆਣੇ ਦੀ ਸਿੱਖ ਸੰਗਤ ਹੈ, ਤੇਜਵੀਰ ਹੋਰੀ ਸਾਡੇ ਨਾਲ ਜੁੜੇ ਹੋਏ ਹੈ, ਕਿ ਜਿਵੇਂ ਪ੍ਰਵੀਨ ਅਤਰੇ ਹੋਰਾਂ ਨੇ ਕਿਹਾ, ਤੇਜਵੀਰ ਜੀ ਗੱਲ ਸਹੀ ਹੈ? हरियाणा की सिख संगत यही चाहती है, वखरी कमेटी चाहती है, वखरा प्रबंध चाहती है? मैं अत्री जी से एक सवाल का जवाब चाहता हूं कि कोई भी अगर प्रबंध लेना हो कि जैसे आप इलेक्टेड होके आते हैं तो उसके लिए क्या आप पुलिस बल का प्रयोग करते हैं कि जब आपकी सरकार चेंज होती है, आप विधानसभा सत्र में जाते हैं या आपको सीएम हाउस लेना होता है, तो आप उसका एक पूरा प्रोटोकॉल होता है। आपको सिख गुरुद्वारा प्रबंधक कमेटी का एक्ट पढ़ने पड़ेंगे कि उसके अंदर कैसे कैसे है। सिर्फ मामला अकेला इस चीज का नहीं है कि वो अलग चाहते हैं, मामला इसको इम्प्लीमेंट कैसे किया जा रहा है। और वो कौन लोग थे कि जिन्होंने 20 साल लड़ाई लड़ी? वो थे जगदीश सिंह जिंदा, आज जो इस कमेटी से बाहर किए हुए हैं। वो बोल रहे हैं कि ये महंत हैं, करमजीत सिंह हैं और ये दादूवाल हैं, ये हमारे पार्ट नहीं थे। उनको चार्ज देने के लिए आपने कोई बात नहीं करी है। आपने जो सुप्रीम कोर्ट का ऑर्डर है उसको अच्छे से पढ़ो। उन्होंने नोटिफिकेशन किया है कि आप चुनाव कराएं, चुनाव कराने के बाद आप लोगों के मत से लेकर आए, तब आप प्रबंध के अंदर आ सकते हैं। इसमें क्या दिक्कत है? हम तो इसमें कोई गुरेज नहीं कर रहे, लेकिन जबरदस्ती जिस तरह से कल काले दिन की तरह पुलिस बल के साथ वहां से सिख संगत को हटाया गया, मारा गया, हाथ तोड़े गए, कृपाने चलाई गई और पुलिस उनको संरक्षण दे रही है। और हमारे हरियाणा के 8 साथी आपने गिरफ्तार कर अंदर किए हुए हैं, उनको किस बना पर किया गया है, ये बताएं। हाँ जी अत्रे साहब, जवाब दो। मैं अपनी बात करता हूं। देखिए, मैं सुन रहा था जो साहिबान अभी बात कर रहे थे, उन साहिबान ने माननीय सुप्रीम कोर्ट का जिक्र किया। उन्होंने ये कहा कि कल जो सेवा ली हरियाणा गुरुद्वारा प्रबंधक कमेटी के सदस्यों ने, उसमें उन्होंने सिख भाइयों के ऊपर जिस तरह से वो बोल रहे थे जी, हाथों पे चोट मारी वगैरह वगैरह। पहले तो हमें समझना ये पड़ेगा कि माननीय सुप्रीम कोर्ट ने जब 20 फरवरी 2022 को अपने निर्णय में स्पष्ट कर दिया था, और जब रिव्यू पेटिशन में SGPC मतलब श्रोमणी गुरुद्वारा प्रबंधक कमेटी जब रिव्यू पेटिशन इसको वो रिव्यू पेटिशन भी रिजेक्ट हो गई। उसके बाद हरियाणा गुरुद्वारा प्रबंधक कमेटी, उन्होंने बाकायदा श्रोमणी गुरुद्वारा प्रबंधक कमेटी को बार बार ये कहा
कि अब आप कानूनी रूप से भी ये आपकी लड़ाई खत्म हो चुकी है, कानूनी रूप से हरियाणा गुरुद्वारा प्रबंधक कमेटी जीत चुकी है, तो गुरु घर की सेवा आप हमें सौंपे। और ये एक बार नहीं 3 बार कहा गया, लेकिन वहां से किसी तरह का कोई जवाब, किसी तरह का कोई रिस्पॉन्स वहां से नहीं मिला। तो स्वाभाविक है कि जो गुरुद्वारा प्रबंधक कमेटी हरियाणा में हरियाणा गुरुद्वारा प्रबंधक कमेटी के नाम से कॉन्स्टिट्यूटेड है, उसने सेवा तो लेनी थी। और मुझे तो एक बात समझ नहीं आ रही नवजोत जी, समझने वाला विषय यह है कि हरियाणा के सिख भाइयों ने जो लड़ाई लड़के गुरु घर की सेवा स्वयं करने का जो विचार किया, उसके ऊपर ऐतराज किस बात का? भाई वो भी तो वही सिख भाई हैं जो चाहते हैं अपने गुरु घरों की सेवा स्वयं करना। किसी को ऐतराज किस बात से? मुझे तो अभी तक ये समझ में नहीं आ रहा है। ਕਰਨੈਲ ਸਿੰਘ ਪੀਰ ਮੁਹੰਮਦ ਜੀ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਸਾਡੇ ਦਰਮਿਆਨ ਹੈ, ਮੈਂ ਪੀਰ ਮੁਹੰਮਦ ਜੀ ਇਹ ਸਮਝਣਾ ਚਾਹੁੰਦਾ ਕਿ ਆਖਰ ਇਹ ਸਥਿਤੀ ਬਣੀ ਕਿਉਂ ਹੈ? ਜਿਵੇਂ ਅਤਰੇ ਸਾਹਿਬ ਕਹਿ ਰਹੇ ਹੈ ਵੀ ਜਦੋਂ ਜ਼ਿੰਮੇਵਾਰੀ ਸਾਰੀ HSGPC ਨੂੰ ਦੇ ਦਿੱਤੀ ਗਈ ਹੈ, ਜਦੋਂ ਕੋਰਟ ਨੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੈ, ਫਿਰ ਅਜਿਹੀ ਟਕਰਾਅ ਵਾਲੀ ਸਥਿਤੀ ਕਿਹਦੇ ਕਰਕੇ ਬਣ ਰਹੀ ਹੈ? ਇਹ ਲੜਾਈ ਕਾਹਦੀ ਹੈ? ਇਹ ਚੌਧਰ ਦੀ ਲੜਾਈ ਹੈ, ਵੋਟ ਦੀ ਲੜਾਈ ਹੈ, ਗੋਲਕ ਦੀ ਲੜਾਈ ਹੈ, ਕਿਸ ਚੀਜ਼ ਦੀ ਹੈ? ਦੇਖੋ ਜੀ, ਇਹਦੇ ਵਿੱਚ ਕੇਂਦਰ ਸਰਕਾਰ ਹੋਵੇ, ਹਰਿਆਣਾ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਉਹਨੂੰ ਪਾਸੇ ਕਰ ਲਈਏ। ਇਹ ਅੱਜ ਜੋ ਦੁਖਾਂਤ ਵਾਪਰ ਰਿਹਾ ਸਾਡੇ ਨਾਲ, ਅਸੀਂ ਆਪਣੇ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ ਕਿ ਕਿਵੇਂ ਮਹੰਤਾਂ ਦੇ ਹੱਥ ਦੇ ਵਿੱਚ ਗੁਰੂ ਧਾਮ ਸਨ। ਇਹਨਾਂ ਦਿਨਾਂ ਦੇ ਵਿੱਚ ਅੱਜ ਦਾ ਦਿਨ ਆਪਾਂ ਸ਼ਹੀਦੀ ਸਾਕਾ ਨਨਕਾਣਾ ਸਾਹਿਬ ਦਾ ਮਨਾ ਰਹੇ ਹਾਂ, ਤੇ ਤੁਸੀਂ ਦੇਖੋ ਕਿ ਜਦੋਂ ਅਸੀਂ ਉਹ ਮਨਾ ਰਹੇ ਹਾਂ ਤੇ ਉਹ ਹੀ ਮਹੰਤਗਿਰੀ ਦਾ ਜਿਹੜਾ ਚੱਕਰ ਵਿਊ ਹੈ ਉਹ ਅੱਜ ਫਿਰ ਚੱਲ ਰਿਹਾ। ਉਦੋਂ ਵੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਮਹੰਤਾਂ ਨੇ ਇਹ ਗੁਰਦੁਆਰਿਆਂ ਦੇ ਉੱਪਰ ਧੱਕੇ ਦੇ ਨਾਲ ਗੁਰੂ ਦੀ ਗੋਲਕ ਦੀ ਲੁੱਟ ਕਰਨੀ, ਸਿੱਖਾਂ ਨਾਲ ਅੰਮ੍ਰਿਤਧਾਰੀ ਸਿੱਖਾਂ ਨਾਲ ਉਹਨਾਂ ਨੂੰ ਬੇਇੱਜ਼ਤ ਕਰਨਾ ਤੇ ਆਪਣੀਆਂ ਮਨਮਨ ਕਰਨੀਆਂ, ਪਖੰਡ ਕਰਨੇ। ਉਹ ਸਰਕਾਰ ਚਾਹੁੰਦੀ ਸੀ ਉਸ ਤਰੀਕੇ ਨਾਲ ਕੰਮ ਕਰਨਾ। ਤੇ ਦੇਖੋ ਸਮਾਂ ਬਦਲ ਗਿਆ, ਚਿਹਰੇ ਬਦਲ ਗਏ, ਲੇਕਿਨ ਜਿਹੜੀਆਂ ਰੂਹਾਂ ਨੇ ਉਹ ਜਿਉਂ ਦੀਆਂ ਤਿਉਂ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਨੇ। ਸੋ ਇਹ ਜੋ ਘਟਨਾਕ੍ਰਮ ਹਰਿਆਣੇ ਦੇ ਵਿੱਚ ਵਾਪਰਿਆ ਜਾਂ ਸਮੇਂ-ਸਮੇਂ ਦੇਸ਼ ਦੁਨੀਆ ਦੇ ਵਿੱਚ ਗੁਰੂ ਦੀ ਗੋਲਕ ਨੂੰ ਲੈ ਕੇ ਜਿਸ ਤਰੀਕੇ ਦਾ ਇਹ ਲੜਾਈ ਝਗੜਾ ਹੁੰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜਿੱਥੇ ਭੈ ਭਾਵਨੀ ਦੇ ਨਾਲ ਬਹੁਤ ਹੀ ਆਦਬ ਤੇ ਸਤਿਕਾਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠਿਆ ਜਾਂਦਾ, ਨਤਮਸਤਕ ਹੋਇਆ ਜਾਂਦਾ, ਜੀਵਨ ਜਾਂਚ ਸਿੱਖੀ ਜਾਂਦੀ ਹੈ ਔਰ ਆਤਮ ਮੰਥਨ ਕੀਤਾ ਜਾਂਦਾ ਕਿ ਮੈਂ ਕਿਸ ਮਕਸਦ ਲਈ ਇਸ ਦੁਨੀਆ ਦੇ ਉੱਤੇ ਆਇਆ ਤੇ ਮੇਰਾ ਮਕਸਦ ਕੀ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਤੇ ਜਿਸ ਤਰੀਕੇ ਨਾਲ ਹੜਦੋਂਗਬਾਜ਼ੀ ਕਰਨੀ, ਇਸ ਦੇ ਵਿੱਚ ਕੌਣ ਗੁਨਾਹਗਾਰ ਹੈ ਕੌਣ ਨਹੀਂ। ਲੇਕਿਨ ਜਦੋਂ ਦੁਨੀਆ ਇਹ ਤਸਵੀਰ ਦੇਖ ਰਹੀ ਹੈ, ਵੀਡੀਓ ਦੇਖ ਰਹੀ ਹੈ, ਟੀਵੀ ਚੈਨਲਾਂ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਤਾਂ ਇੱਕੋ ਹੀ ਗੱਲ ਹੋ ਰਹੀ ਹੈ ਕਿ ਜਿਹੜੇ ਸਿੱਖ ਨੇ ਉਹ ਆਪਸ ਵਿੱਚ ਲੜ ਰਹੇ ਨੇ ਤੇ ਇੱਕ ਦੂਸਰੇ ਦੀਆਂ ਦਸਤਾਰਾਂ ਲਾ ਰਹੇ ਨੇ, ਇੱਕ ਦੂਸਰੇ ਦੇ ਉੱਪਰ ਕਿਰਪਾਨਾਂ ਚਲਾ ਰਹੇ ਨੇ ਤੇ ਇਹ ਸਾਰੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਖਵਾਉਂਦੇ ਨੇ। ਨਹੀਂ, ਮੈਂ ਮਹਿਸੂਸ ਕਰਦਾ ਕਿ ਸਵਾਲ ਹੀ ਇਹ ਹੈ ਵੀ ਇਹ ਤਸਵੀਰਾਂ ਮੈਂ ਤਾਂ ਆਪ ਕਹਿ ਰਿਹਾ ਕਿ ਸ਼ਰਮਸਾਰ ਕਰਦੀਆਂ ਨੇ ਵੀ ਇਹ ਸਥਿਤੀ ਬਣੀ ਕਿਵੇਂ। ਜਿਵੇਂ ਅਤਰੇ ਸਾਹਿਬ ਕਹਿ ਰਹੇ ਆ ਕਿ ਜਦੋਂ ਕੋਰਟ ਨੇ ਵੀ ਕਹਿਤਾ, ਸਾਰਾ ਕੁਝ ਪ੍ਰਬੰਧ ਹੀ ਉਹਨਾਂ ਨੂੰ ਦਿੱਤਾ, ਵੀ ਫੇਰ ਉੱਥੇ ਜਾਣ ਦਾ, ਧੱਕੇ ਨਾਲ ਜਾਣ ਦਾ ਮਤਲਬ ਕੀ ਹੈ? ਦੇਖੋ ਗੱਲ ਕੀ ਹੈ ਕਿ ਜਿਨ੍ਹਾਂ ਨੂੰ ਪ੍ਰਬੰਧ ਸੌਂਪਿਆ, ਸਾਡੇ ਨਾਲ ਆਪਣੇ ਤੇਜਵੀਰ ਸਿੰਘ ਜੀ ਸਨ, ਉਹਨਾਂ ਨੇ ਬਹੁਤ ਵਧੀਆ ਇੱਕ ਗੱਲ ਕਹੀ ਹੈ ਕਿ ਜਦੋਂ ਕੋਈ ਆਪਾਂ ਕਿਤੋਂ ਚਾਰਜ ਲੈਨੇ ਆ ਜਾਂ ਦਿੰਨੇ ਆ, ਜਿਵੇਂ ਉਹਨਾਂ ਨੇ ਮਿਸਾਲ ਦਿੱਤੀ ਵਿਧਾਨ ਸਭਾ ਦੀ, ਜਿਸ ਤਰੀਕੇ ਨਾਲ ਉਹਨਾਂ ਨੇ ਮਸੀ ਕਿ ਇੱਕ ਸਿਸਟਮ ਹੁੰਦਾ ਹੈ, ਪ੍ਰੋਟੋਕਾਲ ਹੁੰਦਾ ਹੈ, ਤਹਿਤ ਹੀ ਸਭ ਕੁਝ ਚੱਲਿਆ ਜਾਂਦਾ ਹੈ। ਲੇਕਿਨ ਇੱਥੇ ਕੀ ਕੀਤਾ ਗਿਆ ਕਿ ਪਹਿਲਾਂ ਤਾਂ ਕਾਂਗਰਸ ਨੇ, ਜਿਹੜੇ ਉਸ ਵੇਲੇ ਝੀਂਡਾ ਸਾਹਿਬ ਸਨ, ਨਲਵੀ ਸਾਹਿਬ ਸਨ, ਕਿਉਂਕਿ ਕਾਂਗਰਸ ਨੇ ਉਸ ਚੀਜ਼ ਦਾ ਫਾਇਦਾ ਉਠਾਇਆ, ਕਿਉਂਕਿ ਅੰਗਰੇਜ਼ਾਂ ਤੋਂ ਸਿੱਖੀ ਹੋਈ ਹੈ ਨਾ ਸਾਰੀ ਰਾਜਨੀਤੀ ਕਿ ਪਾੜੋ ਤੇ ਰਾਜ ਕਰੋ। ਉਸ ਵੇਲੇ ਝੀਂਡਾ ਸਾਹਿਬ ਤੇ ਨਲਵੀ ਸਾਹਿਬ ਦਾ ਜਿਹੜੇ SGPC ਦੇ ਪ੍ਰਧਾਨ ਸਨ ਉਸ ਵੇਲੇ ਦੇ, ਉਹਨਾਂ ਦੇ ਨਾਲ ਝਗੜਾ ਸੀ ਤੇ ਉਸ ਝਗੜੇ ਦੇ ਵਿੱਚੋਂ ਹਰਿਆਣੇ ਦੀ ਇੱਕ ਵੱਖਰੀ ਕਮੇਟੀ ਦੀ ਗੱਲ ਚੱਲੀ ਤਾਂ ਉਸ ਵੇਲੇ ਦੀ ਸਰਕਾਰ ਨੇ ਉਹਨਾਂ ਨੂੰ ਪੂਰੀ ਸਹਿ ਦਿੱਤੀ ਤਾਂ ਉਹ ਇੱਕ ਵੱਖਰੀ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਲਗਾਤਾਰ ਇੱਕ ਗੱਲ ਚੱਲਣ ਲੱਗ ਪਈ। ਉਹ ਗੱਲ ਚੱਲਦੀ ਇੱਥੇ ਪਹੁੰਚੀ ਕਿ ਜਦੋਂ ਹਰਿਆਣੇ ਦੇ ਵਿੱਚ BJP ਦੀ ਸਰਕਾਰ ਆ ਗਈ ਤਾਂ ਪਹਿਲਾਂ ਉਹਨਾਂ ਨੇ ਦਾਦੂਵਾਲ ਸਾਹਿਬ ਨੂੰ ਪੂਰੀ ਸਰਪ੍ਰਸਤੀ ਦਿੱਤੀ ਤੇ ਦਾਦੂਵਾਲ ਸਾਹਿਬ ਆਪਣੇ ਹਿਸਾਬ ਨਾਲ, ਕਿਉਂਕਿ ਫਿਰ ਵੀ ਉਹ ਦਮਦਮੀ ਟਕਸਾਲ ਦੇ ਵਿੱਚ ਰਹੇ ਸਨ,
ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਕਿਸ ਤਰੀਕੇ ਨਾਲ ਇਹਦੇ 'ਚ ਚੱਲਿਆ ਜਾਣਾ ਹੈ, ਤਾਂ ਉਹਨਾਂ ਨੇ ਆਪਣਾ ਇੱਕ ਕੰਮ ਕਰਦੇ ਰਹੇ, ਲੇਕਿਨ ਉਹਨੂੰ ਆਪਣੇ ਤਰੀਕੇ ਨਾਲ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਕੁਝ ਹੀ ਸਮੇਂ ਬਾਅਦ ਦਾਦੂਵਾਲ ਸਾਹਿਬ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਜਦੋਂ ਉਹਨਾਂ ਨੇ ਇੱਕ ਨਵਾਂ ਮਹੰਤ ਕਰਮਜੀਤ ਸਿੰਘ ਕੱਢ ਕੇ ਸਾਹਮਣੇ ਲੈ ਆਂਦਾ, ਵੱਡੀ ਤਾਂ ਹੁਣ ਕਮੇਟੀ ਆ ਬਣਾ ਰਹੇ ਆ, ਤੇ ਦਾਦੂਵਾਲ ਸਾਹਿਬ ਤੇ ਝੀਂਡਾ ਸਾਹਿਬ, ਕਿਉਂਕਿ ਜੋ ਝੀਂਡਾ ਸਾਹਿਬ ਨਾਲ ਹੋਈ ਸੀ ਉਹ ਦਾਦੂਵਾਲ ਸਾਹਿਬ ਨੇ ਕੀਤੀ ਸੀ, ਜੋ ਦਾਦੂਵਾਲ ਸਾਹਿਬ ਨਾਲ ਹੋਈ ਉਹ ਹੁਣ ਕਰਮਜੀਤ ਸਿੰਘ ਨੇ ਕਰ ਦਿੱਤੀ। ਕਰਮਜੀਤ ਸਿੰਘ ਕੋਲ ਵੀ ਨਹੀਂ ਰਹਿਣਾ, ਕਰਮਜੀਤ ਸਿੰਘ ਦੇ ਕੋਲੋਂ ਵੀ, ਕਿਉਂਕਿ ਉਹ ਤਾਂ ਇੱਕ ਮਖੌਟਾ ਨੇ, ਸਾਹਮਣੇ ਉਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ ਉਹ ਬੀਜੇਪੀ RSS ਪਿੱਛੇ ਆਪਣੇ ਢੰਗ ਦੇ ਨਾਲ ਉਹਨਾਂ ਨੂੰ ਚਲਾ ਰਹੇ ਨੇ, ਖੱਟੜ ਸਰਕਾਰ ਚਲਾ ਰਹੀ ਹੈ। ਸੋ ਮੈਂ ਮਹਿਸੂਸ ਕਰਦਾ ਕਿ ਇਹਦੇ ਵਿੱਚ ਅਸੀਂ ਇਹਨਾਂ ਦੇ ਉੱਤੇ ਗਿਲਾ ਕਰਨ ਦੀ ਬਜਾਏ ਸਾਡਾ ਆਪਣਾ ਦਿਮਾਗ, ਕਿਉਂਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਅਸੀਂ ਰੋਜ਼ ਤਾਂ ਅਰਦਾਸ ਕਰਦੇ ਹਾਂ ਗੁਰੂ ਚਰਨਾਂ ਦੇ ਵਿੱਚ, ਅਸੀਂ ਉਹ ਛੱਡ ਕੇ ਅੱਜ ਅਸੀਂ ਇਹਨਾਂ ਨੂੰ ਮਾੜਾ ਕਹੀਏ ਉਹ ਇੱਕ ਅਲੱਗ ਪਹਿਲੂ ਹੈ, ਲੇਕਿਨ ਅਸਲ ਦੋਸ਼ੀ ਅਸੀਂ ਸਾਰੇ ਆ, ਮੈਂ ਵੀ ਵਿੱਚ ਦੋਸ਼ੀ ਹਾਂ। ਸਾਡਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਦੀ ਜਿਹੜੀ ਮੌਜੂਦਾ ਜਿਹੜੀ ਸਿਆਸਤ ਆਈ ਹੈ, ਅਸੀਂ ਸਾਰੇ ਲੋਕ ਆਪਣਾ ਜਿਹੜਾ ਹੈ ਨਾ, ਆਪਣਾ ਸਾਰਾ ਵਜੂਦ ਇਹਨਾਂ ਲੋਕਾਂ ਦੇ ਦੁਆਲੇ ਕਰ ਰਹੇ ਆ ਜਿਨ੍ਹਾਂ ਨੇ ਰਾਜਨੀਤਿਕ ਰੋਟੀਆਂ ਸੇਕਣੀਆਂ ਨੇ ਆਪਣੇ ਢੰਗ ਦੇ ਨਾਲ। ਸੋ ਮੈਂ ਮਹਿਸੂਸ ਕਰਦਾ ਕਿ ਅੱਜ ਜੋ ਕੁਝ ਵਾਪਰਿਆ, ਮੇਰਾ ਤਾਂ ਹਿਰਦਾ ਬਹੁਤ ਦੁਖੀ ਹੈ, ਕਿਉਂਕਿ ਇੱਕ ਪਾਸੇ ਅਸੀਂ ਨਨਕਾਣਾ ਸਾਹਿਬ, ਜੈਤੋ ਔਰ ਪੰਜਾ ਸਾਹਿਬ ਦੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੂੰ ਨਤਮਸਤਕ ਹੋ ਰਹੇ ਹਾਂ ਕਿ ਉਹਨਾਂ ਨੇ ਕਿਉਂ ਸ਼ਹਾਦਤ ਦਿੱਤੀ, ਕਿਸ ਮਕਸਦ ਲਈ ਦਿੱਤੀ, ਜਿਹੜਾ ਉਹਦੇ ਮਹੰਤਾਂ ਦਾ ਕਬਜ਼ਾ ਸੀ। ਤੇ ਅੱਜ ਤੁਸੀਂ ਦੇਖੋ ਸਮਾਂ, ਤੁਹਾਡੇ ਕਹਿਣ ਤੋਂ ਭਾਵ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਵੀ ਉਹ ਚੀਜ਼ਾਂ ਜਿਹੜੀ ਸੂਰਬੀਰਤਾ ਨੂੰ, ਜਿਹੜੀ ਮਹਾਨਤਾ ਨੂੰ ਅਸੀਂ ਯਾਦ ਕਰ ਰਹੇ ਹਾਂ, ਤੇ ਸੇਮ ਉਹੀ ਚੀਜ਼ ਸਾਡੇ ਆਪਣੇ ਮੁਲਕ ਦੇ ਵਿੱਚ, ਸਾਡੇ ਆਪਣੇ ਉੱਤੇ ਮੁੜ ਤੋਂ ਉਹ ਚੀਜ਼ ਹੋ ਰਹੀ ਹੈ, ਤੁਹਾਡੇ ਕਹਿਣ ਤੋਂ ਭਾਵ। ਖੈਰ, ਮੈਂ ਪ੍ਰਵੀਨ ਜੀ ਨੂੰ ਤਾਂ ਸ਼ਾਇਦ ਇਸ ਚੀਜ਼ ਦਾ ਇਹਨਾਂ ਨੇ ਨਹੀਂ ਉਹ ਪੜਿਆ ਹੋਵੇਗਾ, ਨਹੀਂ ਇਹਨਾਂ ਨੂੰ ਤੁਸੀਂ ਦੱਸ ਦਿਓ ਨਨਕਾਣਾ ਸਾਹਿਬ ਦਾ ਸਾਕਾ ਕੀ ਹੋਇਆ ਸੀ ਤੇ ਉਦੋਂ ਕਿਹੜੇ ਮਹੰਤ ਸਨ, ਤੇ ਅੱਜ ਤੁਸੀਂ ਜਿਹੜੇ ਮਹੰਤ ਲਿਆ ਰਹੇ ਹੋ ਤੇ ਉਹ ਕੀ ਕਰਨ ਜਾ ਰਹੇ ਨੇ। ਉਹ ਆਉਂਦੇ ਦਿਨਾਂ ਦੇ ਵਿੱਚ ਇਦੋਂ ਵੀ ਜ਼ਿਆਦਾ ਖੂਨ ਖਰਾਬਾ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਮੈਂ ਪ੍ਰਵੀਨ ਜੀ ਨੂੰ ਮੈਂ ਬਿਲਕੁਲ ਪੁੱਛਾਂਗਾ, ਬਿਲਕੁਲ ਜਦੋਂ ਇਹ ਮੋਰਚਿਆਂ ਦੀ ਗੱਲ ਚੱਲਦੀ ਹੈ, ਬਹੁਤ ਵੱਡਾ ਇਤਿਹਾਸ ਹੈ। ਹਾਂਜੀ ਪ੍ਰਵੀਨ ਜੀ, ਮੈਂ ਤੁਹਾਡੇ ਕੋਲ ਹੀ ਆ ਰਿਹਾ। ਗੱਲ ਇਹ ਹੈ ਕਿ ਜੈਤੋਂ ਦਾ ਮੋਰਚਾ ਸਿੱਖ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਮੋਰਚਾ ਲੱਗਿਆ ਹੈ। ਫਿਰ ਜਦੋਂ ਇਹ ਲੜਾਈ ਜਦੋਂ ਤੁਰਦੀ ਹੈ, ਜਦੋਂ ਜਿਨ੍ਹਾਂ ਮੋਰਚਿਆਂ ਦੀ, ਜਿਨ੍ਹਾਂ ਸਾਕਿਆਂ ਦੀ ਗੱਲ ਪੀਰ ਮੁਹੰਮਦ ਸਾਹਿਬ ਨੇ ਕੀਤੀ ਹੈ, ਇਹ ਬਹੁਤ ਕੁਝ ਇਹਦੇ ਵਿੱਚ ਗਵਾ ਕੇ, ਬਹੁਤ ਕੁਰਬਾਨੀਆਂ ਦੇ ਕੇ ਜਿਹੜਾ ਹੈ ਉਹ ਸਾਰਾ ਇੱਕ ਸੁਨਹਿਰੀ ਇਤਿਹਾਸ ਤੋਂ ਬਾਅਦ ਇਹ ਸੁਨਹਿਰੀ ਯੁੱਗ ਜਿਹੜਾ ਹੈ ਉਹ ਬਣਨ ਦੇ ਵਿੱਚ ਇੱਕ ਵੱਡਾ ਯੋਗਦਾਨ ਸਿੱਖਾਂ ਵੱਲੋਂ ਪਾਇਆ ਗਿਆ। ਪਰ ਗੱਲ ਇਹ ਹੈ ਜਿਹੜੀ ਅੱਜ ਪੀਰ ਮੁਹੰਮਦ ਸਾਹਿਬ ਕਹਿ ਰਹੇ ਆ ਵੀ ਬੀਜੇਪੀ ਤੇ RSS ਇਹ ਸਾਰਾ ਕੁਝ ਕਰ ਰਹੀ ਹੈ, ਇਹ ਸਾਰੇ ਲੋਕ ਮਖੌਟਾ ਨੇ, ਇਹ ਸਾਰੇ ਸਰਗਨਾ ਨੇ। आखिर लोड की पई है सानू मजहबी पकौड़े तलन दी? देखिए ऐसा है नवजोत जी, पहले तो मैं करनैल सिंह जी की एक बात से तो इत्तेफाक रखता हूँ कि जिस तरह की फोटोज और वीडियोज हमें देखने को मिल रही हैं ये कतई अच्छा नहीं। जितना दुख करनैल जी को हुआ है मुझे भी उतना ही दुख हुआ है। पहले मैं आपको अपने बारे में बता देता हूँ। बस हो सकता है करनैल जी को लग रहा होगा कि ये तो हिंदू है, ये सिख नहीं है। हालांकि सिख पंथ और सनातन धर्म दोनों के अंदर क्या कनेक्शन है मैं इस बारे में नहीं जाऊंगा। मेरे आपकी जानकारी के लिए बता दूं कि मेरे इन-लॉज जो है वो बरनाला में है और मेरे इन-लॉज में सभी गुरसिख हैं। सिख पंथ का इतिहास बहुत बेहतर जानता हूं और उसके ऊपर चर्चा भी कर सकता हूं। और इस बात से इनकार नहीं किया जा सकता कि सिखों ने इस देश के लिए, सिखों ने अपने पंथ के लिए बहुत बेहतर लड़ाई लड़ी है, बहुत बड़ी बड़ी कुर्बानियां दी हैं। और इस बात से भी इनकार नहीं किया जा सकता कि जो ये स्थिति जिसके ऊपर करनैल जी बात कर रहे थे, मेरा बड़ा सीधा सवाल है, क्या देश के अंदर और गुरुद्वारा कमेटी नहीं, क्या देश के अंदर दिल्ली गुरुद्वारा प्रबंधक कमेटी आज भी काम कर रही है? हम सब जानते हैं जी। उसके अलावा बिहार के अलावा 16 और स्टेट्स को संभालने के लिए प्रबंधक कमेटी है, हम सब जानते हैं जी। नांदेड़ साहब की सेवा के लिए प्रबंधक कमेटी काम करती है, वो हम सब जानते हैं जी जी। और जब हरियाणा के सिख ये बात उठाते हैं कि अपने गुरु घरों की सेवा का लाभ हमें मिलना चाहिए, तो मुझे पहले तो ये समझना है कि किसी को इस बात पे एतराज क्यों, नंबर 1। ठीक है। नंबर 2, हालांकि करमजीत जी के बारे में करनैल जी ने 2-4 बातें बोली है। देखिए मैं दादूवाल को व्यक्तिगत तौर पे जानता हूं, मैं देख ले, मैं ਤੁਹਾਡੇ ਕੋਲ ਆਉਣਾ, ਪ੍ਰਵੀਨ ਜੀ ਨੂੰ ਗੱਲ ਪੂਰੀ ਕਰ ਲਾਂ तो मैं ਤੁਹਾਡੇ ਕੋਲ ਆਉਂਗਾ। ਹਾਂਜੀ ਪ੍ਰਵੀਨ ਜੀ।
तो मैं ये कह रहा हूं कि जो करमजीत जी के बारे में करनैल जी कह रहे हैं, मैं उनसे कई बार मिला हूं और जब मुझे ये जानकारी हुई कि वो बहुत से गुरु घरों की सेवा का काम करते हैं, वहां पे कार सेवा चलाते हैं, और वो देश के, ये नहीं कि अकेला हरियाणा पंजाब, देश के कई गुरु घरों में कार सेवा का काम उन्होंने किया है, इस बात की जानकारी जब मैं उनसे पहली बार मिला था तब मुझे प्राप्त हुई थी। तो यहां विषय ये है कि जो ये हम तस्वीरें देख रहे हैं, ये तस्वीरें हमें नहीं दिखनी चाहिए थी, लेकिन ये हालात पैदा किसने, देखिए बड़ा आसान होता है नवजोत जी ये कह देना कि सब भारतीय जनता पार्टी, आरएसएस का इसके पीछे दिमाग है, आरएसएस का एजेंडा है। सवाल ये है कि भी ये तस्वीरां दिखियां क्यों? ये तो सारे ऐसे कह रहे हैं कि माड़ियां ने, मंदभागियां ने, मैं बता रहा हूं ना, देखिए मैं बता रहा हूं कि एसजीपीसी जब चुनावी तौर पे अपनी बात हार गई, माननीय सुप्रीम कोर्ट ने भी जब एसजीपीसी की बात को नकार दिया, उसके बाद एसजीपीसी को क्या करना चाहिए था? खुद ब खुद आगे आके हरियाणा गुरुद्वारा प्रबंधक कमेटी को कहना चाहिए था कि साहब आप संभालिए सेवा, क्योंकि देश की सबसे बड़ी अदालत ने आपके हक में फैसला दिया है। ऐसा क्यों नहीं किया? जब 3-4 रिमाइंडर देने के बाद भी धामी साहब ने इसके ऊपर कोई कदम नहीं उठाया, तो स्वाभाविक है वो तो सेवा लेंगे, और जब वो सेवा लेंगे तो वो दफ्तर की सेवा भी लेंगे, कर्मचारियों की बात भी करेंगे, गोलक की बात भी करेंगे, सभी चीज की सेवा लेंगे। तो ऐतराज किसने किया? जो कानूनी रूप से हार गए, जिन्होंने ये हालात पैदा किए, उनको नहीं करना चाहिए था, उनको आगे कह देना चाहिए था। वैसे मैंने जवाब करनैल जी तो ਲੈਣਾ ਬਣਦਾ, ਪਰ ਤੇਜਵੀਰ ਜੀ ਕਾਫੀ ਦੇਰ ਤੋਂ ਕੁਝ ਕਹਿਣਾ ਚਾਹ ਰਹੇ ਆ। ਇੱਕ ਵਾਰੀ मैं ਉਹਨਾਂ ਦੀ ਗੱਲ ਜ਼ਰੂਰ ਸੁਣਨੀ ਚਾਹੁੰਦਾ। हाँ जी तेजवीर जी। हाँ तालीवाल से प्रवीण जी, हम 1 to 1 करेंगे प्लीज। आप ये ना हो कि मैं आपको विषय से नहीं लेके जाऊंगा। आपने बोला कि दिल्ली गुरुद्वारा प्रबंधक कमेटी है और भी 16 गुरुद्वारा प्रबंधक कमेटी है, क्या सब में तलवार के जोर से या पुलिस बल के जोर से कब्जा लिया गया? हाँ या ना में? नहीं लिया गया ना? आपके पास कोई जवाब नहीं होगा इस चीज का। और दूसरी बात, सबसे बात अहम समझिए, मुझे सिर्फ एक बात का जवाब दीजिए कि बलजीत सिंह दादूवाल आज से सही 1 महीना पहले 4 स्टेटमेंट जारी करते हैं कि जो करमजीत है ये हमारा नहीं है, ये पखंडी है, ये धोखेबाज है, और पता नहीं क्या अनाप शनाप इनके खिलाफ वो बोलते हैं। फिर एकदम से ये इकट्ठे हो जाते हैं। इकट्ठे होने के बाद ये गुरुद्वारे पे कब्जा लेने के लिए जाते हैं, वहां लेजर के साथ गुल्लू को काटते हैं। आपको इससे पहले के 24 घंटे के पहले के घटनाक्रम के बारे में कोई जानकारी है त्रि जी? मैं जवाब जानना चाहता हूं आपसे, है कोई जानकारी? प्रवीण जी आप ये बताइए कि आपने बोला कि दिल्ली गुरुद्वारा प्रबंधक कमेटी है, नंदेड़ गुरुद्वारा प्रबंधक कमेटी है, बिहार में गुरुद्वारा प्रबंधक कमेटी, क्या किसी भी गुरुद्वारा कमेटी को कब्जा लेने के लिए पहले तलवारों के जोर पर, पुलिस बल के जोर पर ये अटैक करवा के उन्होंने प्रबंध लिया है, या फिर उन्होंने एक पूरा प्रोटोकॉल को फॉलो किया है? एक मिनट, मेरा सवाल है। एक जवाब दे देता हूँ, एक एक करके जवाब दे देता हूँ। मैं आपकी जानकारी के लिए बता देता हूँ, मैं आपकी जानकारी के लिए बता देता हूँ, मैं भी डिस्ट्रिक्ट कुरुक्षेत्र का ही रहने वाला हूँ, पेवाग। जब हरियाणा गुरुद्वारा प्रबंधक कमेटी के भाई वहां पे गए सेवा लेने के लिए, धामी साहब को बार बार मैसेज देने के बाद, तो आके वहां पे ऐतराज किसने किया, मैं ये जानना चाहता हूं, और क्यों किया ये जानना चाहता हूं। प्रोटोकॉल की बात तो मैं बाद में करूंगा। मैं ये जानना चाहता हूं कि जब धामी साहब को बार बार रिमाइंडर देने के बाद उन्होंने कोई रिस्पॉन्स नहीं दिया, और हरियाणा गुरुद्वारा प्रबंधक कमेटी के सिंह साहिबान वहां पे गए, ऐतराज किसने किया और क्यों किया? जब वो कानूनी रूप से सब कुछ हार चुके थे, फिर किस बात का ऐतराज था? ये समस्या ही ना पैदा होती। अगर आप कानून की पालना करते, आप चीजों को देखते, तो ऐतराज ना करते और ये समस्या ना पैदा होती। ऐसा क्यों हुआ, ये सवाल है। चलो ਕਰਨੈਲ ਜੀ ਕੁਝ ਇਸ ਬਾਰੇ ਕਹਿਣਾ ਚਾਹੁੰਦੇ ਸੀਗੇ, ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਧਾਮੀ ਸਾਹਿਬ ਹੋਰਾਂ ਨੇ ਅੱਗੇ ਕੇਸ ਹੀ ਨਹੀਂ ਕੀਤਾ, ਉਹ ਉਹਨਾਂ ਨੇ ਮਸਲਾ ਹੀ ਨਹੀਂ ਪੁੱਟ ਕੀਤਾ। ਗੱਲ ਇਹ ਹੈ ਕਿ ਜਿਹੜੀ ਮੁੜ ਵਿਚਾਰ ਪਟੀਸ਼ਨ ਸੀ ਉਹ ਵੀ ਖਾਰਜ ਹੋ ਗਈ ਸੀਗੀ। ਕਰਨੈਲ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਅਸਲ ਦੇ ਵਿੱਚ ਕੀ ਹੈ ਕਿ 3 ਗਰੁੱਪ ਨੇ ਉੱਥੇ, ਤੇ ਚੌਥਾ ਗਰੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੰਦੇ ਕੋਲ ਸਾਰਾ ਪ੍ਰਬੰਧ ਪਹਿਲਾਂ ਤੋਂ। 3 ਗਰੁੱਪ ਕਿਹੜੇ ਨੇ? ਇੱਕ ਹੈਗਾ ਜਗਦੀਸ਼ ਸਿੰਘ ਝੀਂਡਾ ਤੇ ਦਿਦਾਰ ਸਿੰਘ ਨਲਵੀ ਦਾ ਗਰੁੱਪ, ਠੀਕ ਹੈ ਜੀ। ਦੂਸਰਾ ਗਰੁੱਪ ਹੈਗਾ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ। ਤੀਸਰਾ ਗਰੁੱਪ ਹੈ ਆਪਣੇ ਮਹੰਤ ਕਰਮਜੀਤ ਸਿੰਘ ਦਾ। ਇਹ ਹੁਣ ਜਿਹੜੇ 3 ਗਰੁੱਪ ਨੇ, ਇਹਨਾਂ 3 ਗਰੁੱਪਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈਗਾ। ਤਿੰਨਾਂ ਦੇ ਅੰਦਰ ਇੱਕ ਭਾਵਨਾ ਇਹ ਚੱਲ ਰਹੀ ਹੈ ਕਿ ਯਾਰ ਸੰਘਰਸ਼ ਤੇ ਲੈ ਗਿਆ ਬਾਬਾ ਬਲਜੀਤ ਸਿੰਘ ਦਾਦੂਵਾਲ। ਬਾਬਾ ਬਲਜੀਤ ਸਿੰਘ ਦਾਦੂਵਾਲ ਇਹ ਸੋਚ ਰਿਹਾ ਕਿ ਯਾਰ ਮੈਂ ਤਾਂ ਸਭ ਤੋਂ ਨੇੜੇ ਸੀ,
ਮੇਰੇ ਕੋਲ ਖੋ ਕੇ ਤੇ ਮਹੰਤ ਕਰਮਜੀਤ ਸਿੰਘ ਨੂੰ ਦੇ ਦਿੱਤਾ ਗਿਆ। ਹੁਣ ਹਰਿਆਣਾ ਸਰਕਾਰ ਕੀ ਕਰ ਰਹੀ ਹੈ? ਜਿਸ ਗੱਲ ਦੇ ਬਾਰੇ ਅਤਰੀ ਜੀ ਪ੍ਰਵੀਨ ਜੀ ਬਾਰੇ ਮੈਂ ਇਤਰਾਜ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਦਾ, ਇਹਨਾਂ ਤਿੰਨਾਂ ਗਰੁੱਪਾਂ ਨੂੰ ਸਰਪ੍ਰਸਤੀ ਜਿਹੜੀ ਹੈ ਇਸ ਵੇਲੇ ਆ ਉਹ ਬੀਜੇਪੀ ਦੀ ਹੈ। ਬੀਜੇਪੀ ਆਪਣੇ ਰਿਮੋਟ ਕੰਟਰੋਲ ਦੇ ਰਾਹੀਂ ਤਿੰਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣੀ ਚਾਹ ਰਹੀ ਹੈ ਤੇ ਤਿੰਨਾਂ ਨੂੰ ਹੀ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਮਾਂ ਆਉਣ ਦੇ ਉੱਤੇ ਤੁਹਾਨੂੰ ਹੀ ਇਹ ਜ਼ਿੰਮੇਵਾਰੀ ਸੌਂਪੀ ਜਾਏਗੀ। ਹੁਣ ਕੀ ਹੋ ਰਿਹਾ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਜਿੱਦਣ ਚੋਣ ਹੋਈ ਸੀ ਉਸੇ ਦਿਨ ਹੀ ਇੱਥੇ ਇਹਨਾਂ ਨੂੰ ਬੁਲਾਇਆ ਗਿਆ, ਪਹਿਲਾਂ ਡੀਸੀ ਦਫ਼ਤਰ ਬੁਲਾਇਆ ਗਿਆ। ਪਹਿਲਾਂ ਮੈਨੂੰ ਇਹ ਦੱਸੋ ਕਿ ਅੱਜ ਤੱਕ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਾਂ ਹਰਿਆਣਾ ਮੈਨੇਜਮੈਂਟ ਕਮੇਟੀ ਦੀਆਂ, ਕਦੇ ਇਸ ਤਰ੍ਹਾਂ ਡੀਸੀ ਨੇ ਆਪਣੇ ਦਫ਼ਤਰ ਦੇ ਵਿੱਚ ਕਦੀ ਬੁਲਾਇਆ? ਕਦੀ ਇਹਨਾਂ ਨੂੰ ਬੁਲਾ ਕੇ ਤੇ ਬਕਾਇਦਾ ਉੱਥੇ ਲੇਜ਼ਰ ਦੇ ਉੱਤੇ ਦਸਤਕ ਕਰਾਏ ਗਏ, ਹਾਜ਼ਰੀ ਇਹਨਾਂ ਦੀ ਲਵਾਈ ਗਈ, ਸਾਰਾ ਕੁਝ ਕੀਤਾ ਗਿਆ। ਉਸ ਤੋਂ ਬਾਅਦ ਫਿਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜੀ ਹੋਰਾਂ ਨੇ ਇਹਨਾਂ ਨੂੰ ਆਪਣੇ ਰੈਜ਼ੀਡੈਂਸ ਦੇ ਉੱਤੇ ਬੁਲਾਇਆ ਔਰ ਉੱਥੇ ਇਹਨਾਂ ਨੇ ਸਾਰਿਆਂ ਨੇ ਧੰਨਵਾਦ ਕੀਤਾ। ਹੁਣ ਕੀ ਹੋ ਰਿਹਾ ਹੈ ਕਿ ਬਾਬਾ ਦਾਦੂਵਾਲ ਤੇ ਆਪਣੇ ਜਿਹੜੇ ਮਹੰਤ ਕਰਮਜੀਤ ਸਿੰਘ ਨੇ, ਮੈਂ ਤਾਂ ਕਹਿੰਦਾ ਸੀ ਉਹਨਾਂ ਨੂੰ ਨਾਲ ਲਿਆਓ, ਮਹੰਤ ਕਰਮਜੀਤ ਸਿੰਘ ਨੂੰ, ਬਾਬਾ ਜੀ ਨੂੰ ਨਾਲ ਲਿਆਓ ਤੇ ਆਪਾਂ ਗੱਲ ਕਲੀਅਰ ਉਹਨਾਂ ਦੇ ਮੂੰਹ ਤੇ ਕਰੀਏ। ਕੰਨ ਪਿੱਛੇ ਗੱਲ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ। ਇਹਨਾਂ ਨੂੰ ਬੁਲਾ ਕੇ ਤੇ ਇਹਨਾਂ ਨੂੰ ਹੁਣ ਕਿਹਾ ਗਿਆ ਕਿ ਤੁਸੀਂ ਪਹਿਲਾਂ ਪ੍ਰਬੰਧ ਲਵੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ, ਨਾਲ ਅਸੀਂ ਤੁਹਾਨੂੰ ਪੁਲਿਸ ਹਰ ਤਰ੍ਹਾਂ ਦਾ ਜਿਹੜਾ ਦਿੰਨੇ ਆ। ਤੁਸੀਂ ਮੈਨੂੰ ਦੱਸੋ, ਪ੍ਰਵੀਨ ਜੀ ਕਹਿ ਰਹੇ ਨੇ ਕਿ ਇਹਨਾਂ ਨੂੰ ਪ੍ਰਬੰਧ ਸੌਂਪਿਆ ਕਿਉਂ ਨਹੀਂ ਗਿਆ, ਤੇ ਮੈਨੂੰ ਇਹ ਦੱਸੋ ਕਿ ਉੱਥੇ ਪੁਲਿਸ ਅੰਦਰ ਜਾਂਦੀ ਹੈ। ਪਹਿਲਾਂ ਤਾਂ ਪ੍ਰਕਰਮਾਂ ਦੇ ਵਿੱਚ ਤਾਂ ਜੋੜੇ ਲੈ ਕੇ ਜਾਂਦੀ, ਫਿਰ ਜੋੜੇ ਉੱਥੇ ਲਵਾ ਕੇ ਫਿਰ ਅੰਦਰ ਚਲੋ ਚਲੇ ਜਾਂਦੇ ਆ। ਪੁਲਿਸ ਵਰਦੀ ਦੇ ਵਿੱਚ ਤੁਸੀਂ ਵੀਡੀਓ ਫੁਟੇਜ ਦੇ ਵਿੱਚ ਦੇਖੇ ਹੋਣਗੇ ਮੁਲਾਜ਼ਮ ਜਿਹੜੇ ਉਹ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੀ ਘੁੰਮ ਰਹੇ ਨੇ ਜਿੱਥੇ ਸਾਰਾ ਝਗੜਾ ਹੋ ਰਿਹਾ। ਅਜਿਹੇ ਹਾਲਾਤਾਂ ਦੇ ਵਿੱਚ ਚਾਹੀਦਾ ਕੀ ਸੀ ਕਿ ਜਿਵੇਂ ਜੇ ਇਹ ਦਿਆਨਤਦਾਰੀ ਨਾਲ ਇਹਨਾਂ ਦੀ ਹੁੰਦੀ ਕਿ ਭਾਈ ਤੁਸੀਂ ਤਿੰਨੇ ਗਰੁੱਪ ਜਿਹੜੇ ਆ, ਪਹਿਲਾਂ ਤੁਸੀਂ ਜੇ ਤੁਸੀਂ ਸਰਪ੍ਰਸਤੀ ਦੇਣੀ ਹੈ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ ਗੀ, ਤੁਸੀਂ ਸਰਪ੍ਰਸਤੀ ਦਿਓ, ਲੇਕਿਨ ਇਹਨਾਂ ਨੂੰ ਇਕੱਠਿਆਂ ਕਰਕੇ ਕਿ ਤੁਸੀਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਹੜਦੁੰਗਬਾਜ਼ੀ ਤੁਸੀਂ ਨਹੀਂ ਕਰਨੀ, ਫਿਰ ਤਾਂ ਕੋਈ ਗੱਲ ਹੁੰਦੀ। ਹੁਣ ਤੁਸੀਂ ਦੇਖੋ ਡਾਂਗਾ ਸੋਟੇ ਤੇ ਉਹ ਕੱਟਣ ਵਾਲੀਆਂ ਜਿਹੜੀਆਂ ਆ ਰਹੀਆਂ ਉਹ ਲੈ ਕੇ ਜਦੋਂ ਆਪਾਂ ਚੱਲ ਰਹੇ ਆ, ਤੇ ਮੈਂ ਤਾਂ ਅੱਗੇ ਇਹ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਦੋਸ਼ੀ ਤਾਂ ਸਾਰੇ ਬਣ ਗਏ। ਮੈਂ ਆਪਣੇ ਆਪ ਨੂੰ ਕੋਈ ਬਰੀ ਤਾਂ ਕਰ ਨਹੀਂ ਰਿਹਾ ਇਹਦੇ ਚ ਕਿ ਐਸਜੀਪੀਸੀ ਨੂੰ ਮੈਂ ਬਰੀ ਕਰ ਰਿਹਾ। ਮੈਂ ਕਹਿੰਦਾ ਕਿ ਇਹਦੇ ਚ ਦੋਸ਼ੀ ਤਾਂ ਹੀ ਬਣ ਗਏ, ਨੁਕਸਾਨ ਵੀ ਸਾਡਾ ਹੋ ਰਿਹਾ, ਬੇਅਦਬੀ ਵੀ ਹੋ ਰਹੀ। ਲੇਕਿਨ ਪ੍ਰਵੀਨ ਜੀ ਤੁਹਾਡੇ ਵਰਗੇ ਸ਼ਰਧਾਵਾਨ ਜਿਹੜੇ ਸਹਿਜਧਾਰੀ ਸਿੱਖ ਵੀ ਨੇ, ਉਹਨਾਂ ਦੇ ਅੰਦਰ ਜਿਵੇਂ ਤੁਸੀਂ ਆਪਣੇ ਪਰਿਵਾਰ ਦੀ ਗੱਲ ਕੀਤੀ, ਆਪਣੇ ਇਲਾਜ ਦੀ ਗੱਲ ਕੀਤੀ, ਤੁਸੀਂ ਦੇਖੋ ਸੰਸਾਰ ਦੇ ਸਾਹਮਣੇ ਜੋ ਅੱਜ ਵਾਪਰ ਰਿਹਾ ਹੈ ਤੇ ਜੋ ਪਿਛੇ ਇਤਿਹਾਸ ਨੂੰ ਅਸੀਂ ਵੇਖ ਰਹੇ ਹਾਂ, ਜੋ ਅੱਜ ਦਾ ਦਿਨ ਅਸੀਂ ਮਨਾ ਰਹੇ ਹਾਂ ਨਨਕਾਣਾ ਸਾਹਿਬ ਪਾਕਿਸਤਾਨ ਦੇ ਅੰਦਰ, ਤੇ ਤੁਸੀਂ ਇਹ ਦੇਖੋ ਇਸ ਦੇ ਨਾਲ ਕੀ ਮੈਸੇਜ ਕੀ ਜਾ ਰਿਹਾ ਕਿ ਤੁਹਾਡੀ ਸਰਕਾਰ ਦੀ ਬਦਨਾਮੀ ਨਹੀਂ ਹੋ ਰਹੀ। ਤੁਸੀਂ ਕੁਝ ਕਰੋ ਨਾ ਕੁਝ ਕਰੋ, ਕੀ ਇਹਦੇ ਉੱਤੇ ਠੱਪਾ ਨਹੀਂ ਲੱਗ ਰਿਹਾ ਕਿ ਇਹਨਾਂ ਦੀ ਜਿਹੜੀ ਪੁਲਿਸ ਹੈ, ਇਹਨਾਂ ਦਾ ਜਿਹੜਾ ਸਿਵਲ ਪ੍ਰਸ਼ਾਸਨ ਹੈ, ਉਹ ਉਹਨਾਂ ਲੋਕਾਂ ਨੂੰ ਸਰਪ੍ਰਸਤੀ ਦੇ ਰਿਹਾ ਜਿਹੜੇ ਅੰਦਰ ਜਾ ਕੇ ਆਪਸ ਵਿੱਚ ਲੜ ਰਹੇ ਆ, ਲੜਾ ਰਹੇ ਨੇ। ਇਹ ਜਿਹੜਾ ਮਾਹੌਲ ਸੀ, ਜੇ ਇੱਕ ਦਿਆਨਤਦਾਰੀ ਤੋਂ ਕੰਮ ਲਿਆ ਜਾਂਦਾ ਤੇ ਇਹੋ ਜਿਹਾ ਮਾਹੌਲ ਕਦੀ ਬਣ ਹੀ ਨਹੀਂ ਸਕਦਾ। ਲੇਕਿਨ ਜਿਹੜਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਤੁਸੀਂ ਕਿਹਾ, ਹਰ ਕੋਸ਼ਿਸ਼ ਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਨਾ ਟੁੱਟੇ। ਇਸ ਦਾ ਬੰਦ ਜਿਹੜਾ ਹੈ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜਾ ਵੰਡਿਆ ਜਾ ਰਿਹਾ ਉਹ ਨਾ ਹੋਵੇ। ਚਲੋ करनैल जी वो जवाब देना चाहते, जवाब ले लवां उन्होंने, जवाब ले लवां। देखिए देखो पहली चीज ऐसा है नवजोत जी, पहली बात तो ये है जो कह रहे हैं करनैल जी कि धामी साहब की इच्छा ये रही होगी कि कमेटी ना टूटे, बिल्कुल रही होगी, लेकिन ये कब तक, जब तक धामी साहब कानूनी लड़ाई नहीं हारे। एडवोकेट हैं वो, सुप्रीम कोर्ट में जाके हार गए, उसके बाद तो कानून का सम्मान करना चाहिए था, नंबर 1। नंबर 2, जो एक और करनैल जी ने बात की कि पुलिस वहां पे, देखिए मैं नहीं जानता कि 6वीं पासी गुरुद्वारा कुरुक्षेत्र में करनैल जी कितनी बार गए हैं, ये उस गुरुद्वारे के बारे में कितना जानते हैं, लेकिन मैं चप्पे चप्पे को जानता हूं। पुलिस गुरुद्वारा के अंदर जूतों के साथ नहीं गई, इवन ड्रेस के साथ पुलिस नहीं गई अंदर। पहले आप समझिए, जो गुरुद्वारा साहिब का गेट है, आपने देखा हो करनैल जी, बहुत बड़ा गेट है जैसे नॉर्मली होता है, जो उन परिक्रमा जहां से हम एंटर करते हैं मेन रोड से, उससे आगे पुलिस नहीं गई। दूसरा,
जब जो लोग कोर्ट के अंदर मुकदमा जीत गए माननीय सुप्रीम कोर्ट में, रिव्यू पिटीशन खारिज हो गई, सुप्रीम कोर्ट ने डायरेक्शन कर दी, स्वाभाविक है वो आएंगे उस कानून के और कोर्ट के ऑर्डर को लेके सरकार के पास, देखिए हमें माननीय सुप्रीम कोर्ट ने ये अधिकार दे दिया है और हमारे यहाँ को खतरा है कि हम वहां जाएंगे सेवा लेने तो कहीं अनहोनी ना हो जाए, तो कृपया हमें प्रोटेक्शन दीजिए। तीसरा, 6वीं पासी गुरुद्वारा साहिब की सेवा परसों ले ली थी करनैल जी, कल तक कुछ नहीं हुआ। और जो दादूवाल साहब के बारे में आप बात कर रहे हैं, दादूवाल साहब एक्टिंग प्रेसिडेंट थे, जब चुनाव होके कमेटी के अंदर प्रेसिडेंट चुन लिया जाता है करमजीत जी को, दादूवाल साहब तब इस्तीफा देते हैं खुद। आपकी जानकारी के लिए बता दूं, दादूवाल साहब भी इस कमेटी से संतुष्ट हैं, कल वो मौजूद थे वहां पे। दादूवाल साहब कल सुबह पहुंचे थे और वो वहां मौजूद थे। अब बात आ जाती है जो आप झिंडा साहब और नलवी साहब की बात कर रहे हैं। देखिए हो सकता है उनको एतराज हो, क्योंकि मैं तो केवल ये बात मेरे समझ में नहीं आ रही कि गुरु घर की सेवा का विषय है, गुरु घर सबके लिए है। अगर कानूनी रूप से कोई व्यक्ति अपनी दावेदारी प्रस्तुत करके जीत जाता है कि मुझे इसकी सेवा दीजिए, तो सभी भाइयों को उसके साथ लग देना चाहिए कि ठीक है भाई तू सेवा कर, हम तेरे साथ हैं। ये विषय तो भगवान की सेवा का है भाई, इसमें लड़ाई और झगड़े का विषय कहां से आ जाता है? और क्यों ऐतराज करना, हमें किस बात के लिए ऐतराज कर रहे हैं हम? ये कोई किसी की जाति प्रॉपर्टी तो है नहीं, या करनैल जी की या मेरी किसी की व्यक्तिगत प्रॉपर्टी तो है नहीं है। तो किस 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 स्वार्थ के लिए आप ऐतराज कर रहे हो? क्यों रोक रहे हो भाई? क्या स्वार्थ है आपका? आप आइए, आप कहिए कि ठीक है साहब आप सेवा कीजिए, हम आपको सहयोग करेंगे इस सेवा में। इससे ज्यादा मुझे नहीं लगता कुछ होना चाहिए ऐसे विषयों के अंदर। हाँ जी, और ऐसे विषयों को पॉलिटिसाइज नहीं करना चाहिए बिल्कुल भी। पीर मोहम्मद जी देखो ਇਹ ਜਿਹੜਾ ਝਗੜਾ ਹੈ ਨਾ, ਮੈਂ ਪਹਿਲਾਂ ਗੱਲ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਨਲਵੀ ਸਾਹਿਬ, ਝਿੰਡਾ ਸਾਹਿਬ ਤੇ ਇਹ ਮਹੰਤ ਕਰਮਜੀਤ ਸਿੰਘ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ, ਇਹਨਾਂ ਦੇ ਗਰੁੱਪਾਂ ਦੇ ਵਿੱਚ ਝਗੜਾ ਚੱਲ ਰਿਹਾ ਹੈ। ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅਲੱਗ ਤੌਰ ਦੇ ਉੱਤੇ ਵਸਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਹਿ ਰਹੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਰਕਾਰੀ ਫੋਰਸ ਦੇ ਨਾਲ ਫੋਰਸਲੀ ਇੱਥੋਂ ਦਾ ਪ੍ਰਬੰਧ ਲੈਣਾ ਚਾਹ ਰਹੇ ਹੋ, ਤੇ ਜਿਹੜੇ ਉੱਥੋਂ ਦੇ ਲੋਕਲ ਸੰਗਤ ਹੈ ਉਹ ਇਸ ਤਰੀਕੇ ਨਾਲ ਪ੍ਰਬੰਧ ਦੇਣਾ ਨਹੀਂ ਚਾਹੁੰਦੀ। ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਸਿੱਖ ਸੰਗਤ ਤੇ ਜਿਹੜੇ ਉਹ ਸਾਰੇ ਜਿਨ੍ਹਾਂ ਦੇ ਨਾਲ ਤੁਸੀਂ, ਜਿਨ੍ਹਾਂ ਦਾ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ, ਉਹ ਹੈ ਤੁਹਾਡੇ ਹੀ ਨੇ। ਲੇਕਿਨ ਜਦੋਂ ਤੁਸੀਂ ਕਹਿ ਰਹੇ ਹੋ ਕਿ ਇੰਟਰਫੇਅਰ ਕਰੋ, ਉਦੋਂ ਹੀ ਉਹ ਕਰਦੇ ਨੇ। ਜਦੋਂ ਤੁਸੀਂ ਕਹਿ ਦਿਓਗੇ ਕਿ ਨਹੀਂ ਕਰਨਗੇ, ਉਦੋਂ ਨਹੀਂ ਕਰਨਗੇ। ਇਹ ਤੁਹਾਨੂੰ ਵੀ ਪਤਾ ਇਸ ਗੱਲ ਦਾ। नहीं करनैल जी, आपकी जानकारी के लिए बता दूं, झिंडा साहब जो है कांग्रेस के जिस वक्त मुख्यमंत्री हुड्डा साहब होते थे, तब झिंडा साहब पे ये आरोप लगते थे सिख संगत के द्वारा कि वो कांग्रेसी है, वो हुड्डा साहब का आदमी है। मैंने व्यक्तिगत रूप से पर्सनली जब मैं पहली बार झिंडा साहब को मिला तो आपको जान के हैरानी होगी कि मैं इंडियन नेशनल लोकदल के ऑफिस में मिला था पहली बार उनसे। अब मुझे बताइए झिंडा साहब किसके आदमी? मैं आपसे पूछना चाहता हूँ, मैंने कभी भारतीय जनता पार्टी मैं अपनी बात करना चाहता हूं भारतीय जनता पार्टी के ऑफिस में। ਠੀਕ ਹੈ ਤੇਜਵੀਰ ਜੀ ਅਸੀਂ ਤਾਂ ਤੁਹਾਡੀ ਗੱਲ ਸੁਣਨ ਲਈ ਬੈਠੇ ਹਾਂ, ਤੁਸੀਂ ਸਾਡਾ ਸਾਥ ਦੇ ਗਏ ਸੀ, ਅਸੀਂ ਤਾਂ ਉਰੀ ਹਾਂ। ਨਹੀਂ ਤੇ ਜਿਹੜੇ ਨੈਟਵਰਕ ਦੀ ਦਿੱਕਤ ਸੀਗੀ, ਮੈਂ ਗਰਾਊਂਡ ਜ਼ੀਰੋ ਤੋਂ ਆ। ਇਹ ਸਾਰੇ ਇਹ ਅਤਰੀ ਜੀ ਪ੍ਰਵੀਨ ਜੀ ਆਪਣੇ ਆਫਿਸ ਨੇ, ਚਲੋ ਜੀ ਸ਼ਾਇਦ ਆਪਣੇ ਘਰ ਨੇ। ਤੁਸੀਂ ਜਿਹੜੇ ਸਵਾਲ ਪੁੱਛਣੇ ਚਾਹੁੰਦੇ ਸੀਗੇ, ਮੇਰਾ ਸਵਾਲ ਲੈ ਲਓ ਬਸ, ਮੈਂ ਤਾਂ ਗੱਲ ਵਿੱਚ ਜ਼ਿਆਦਾ ਬੋਲਦਾ ਹੀ ਨਹੀਂ। ਧਾਲੀਵਾਲ ਸਾਹਿਬ ਤੇਜਵੀਰ ਸਿੰਘ ਦੇਖੋ ਗੁਰੂ ਦੇ ਸਿੱਖ ਨੇ, ਇਹ ਅਸਲੀਅਤ ਤੁਸੀਂ ਦੱਸੋ ਕਿ ਹੋ ਕੀ ਰਿਹਾ ਉੱਥੇ? ਇਹਦੀ ਅਸਲ ਅਸਲੀਅਤ ਦੀ ਜਿਹੜੀ ਪਿੱਠ ਭੂਮੀ ਉਹ ਤੁਸੀਂ ਦੱਸ ਦਿਓ। ਬਿਲਕੁਲ ਉਹ ਇਹੀ ਦੱਸਣਗੇ, ਉੱਥੇ ਮੌਕੇ ਤੇ ਮੌਜੂਦ ਨੇ, ਇਹ ਵੀ ਦੱਸਣਗੇ। ਪਰ ਉਸ ਤੋਂ ਪਹਿਲਾਂ ਤੇਜਵੀਰ ਹੋਰੀ ਪ੍ਰਵੀਨ ਅਤਰੇ ਜੀ ਨਾਲ ਉਹ ਕਹਿੰਦੇ ਮੈਂ ਸਿੱਧੇ ਡਾਇਰੈਕਟ ਸਵਾਲ ਕਰਨਾ ਚਾਹੁੰਦਾ, ਤਾਂ ਮੈਂ ਟੀਮ ਨੂੰ ਇਹ ਕਹੂੰਗਾ ਤੇ ਉਹਨਾਂ ਦੇ ਡਾਇਰੈਕਟ ਜਿਹੜੇ ਆ ਸਵਾਲ करवा देते जान। मुझे एक बता प्रवीण जी, आपने वो कोर्ट की नोटिफिकेशन पढ़ी है क्या? उसके अंदर क्लियर लिखा हुआ है कि आप चुनकर, आप एड हॉक कमेटी नहीं, आप चुनाव कराएं, चुनाव से आपको हरियाणा की सिख संगत चुने, तब आप उस पर लें। अब मैं आपके लिए एग्जाम्पल के लिए एक चीज बताता हूँ कि जब हरियाणा में पिछले 2 साल से चुनाव नहीं हुआ, तो ये तो नहीं था कि आपने जबरदस्ती वहां पे सरपंच बिठा दिए थे। आपको मालूम है ना, ये बात आपके लिए है कि जब उसके अंदर क्लियर बात कर रहे हैं सर, मेरी जानकारी कैसे गलत है? दूसरी बात हाँ, तो दूसरी बात ये बताए, एक आदमी आज से 15 दिन पहले एक आदमी पे आरोप लगाता है, प्रत्यारोप लगाता है, वो उन पर लगाते हैं
इस बलजीत अग्रवाल तो ऐसे था, वो तो बरगाड़ी का मोर्चा बेच के, वो बैबल कला का मोर्चा बेच के, वो पहले नकल साथ खट्टर जी को मिलते हैं, हमने हजारों फोटो है, आपको नोटिफिकेशन, आपको ऑफिशियल स्टेटमेंट दे सकता हूं मैं उनकी, इतनी न्यूज है हजारों। तो हम कैसे एतबार कर ले कि ये लोग हैं। और यहाँ का जो संगत है वो हर इस बात को जानती है कि इसको प्रो करके कैसे किया जा रहा है। आप चुनाव में आए, आप लोगों के बीच में जाए, चुन कर आए, आप जो भी बोलेंगे वही हम आपके साथ करने के लिए तैयार हैं, लेकिन आप चुनकर तो आए, आप संविधान कॉन्स्टिट्यूशन की बात करते हो, कॉन्स्टिट्यूशन के अंदर यही प्रावधान है कि आप चुनकर आए, चुनकर क्यों नहीं आना चाहते, सीधा ही कब्जा क्यों, ये कब्जा करने की नीति क्या है? ਚਲੋ और ये ਤੇਜਵੀਰ ਜੀ ਗੱਲ ਇਹ ਆ, ਗੱਲ ਤੁਸੀਂ ਕਹਿੰਦੇ ਵੀ ਇੱਕ ਇੱਕ ਕਰਕੇ ਜਵਾਬ ਲੈਣੇ ਤਾਂ ਇੱਕ ਇੱਕ ਕਰਕੇ ਲਓ ਨਾ, ਫਿਰ ਇਕੱਠੇ ਦੇ ਵਿੱਚ ਮਸਲਾ जी ਫਿਰ जी मैं उलझ जाएगा, बिल्कुल ठीक आपने नवजोत जी, मैं देता हूँ। देखिए, हालांकि इन्होंने थोड़ा सा ना विषय को डाइवर्ट करने का प्रयास किया, सरपंचों की बात करके कि जब 2 साल चुनाव नहीं हुए तो सरकार ने अपने सरपंच बिठा दिए, इनकी जानकारी अधूरी है, सरकार नहीं बिठा सकती, एडमिनिस्ट्रेटर लगा सकती है सरकार। सरकार ने बताया नहीं है, सरकार ने बताया नहीं है, उन्होंने किया है। आप देखिए, बीच में बोलो, आप बीच में बोलोगे तो बात गलत हो जाएगी, आप ऐसे करोगे तो बात गलत हो जाएगी। देखिए, सबसे बड़ी बात आपको पता है 2 साल क्यों नहीं हुए थे चुनाव, क्या विषय था? वो रिजर्वेशन का विषय था, बीसी वर्ग को, और कांग्रेस के एक एमएलए के पुत्र उस मामले को लेकर कोर्ट में चले गए थे कि ये 8% रिजर्वेशन नहीं देनी चाहिए। माननीय कोर्ट ने उनकी अपील को ठुकरा दिया, वो हारे कोर्ट के अंदर, तब जाके चुनाव हुए हरियाणा में, पहला। दूसरा, अब इन्होंने कहा, देखिए, जो सुप्रीम कोर्ट का डायरेक्शन है, वो कहते प्रवीण जी आपने नहीं पढ़ी, उसमें सुप्रीम कोर्ट ने कहा है कि चुनाव करवाएं। हालांकि मैं मान लेता हूं कि मैंने नहीं पढ़ी जी, मैं तो मान लिया, हालांकि मैंने पढ़ी है, मैं नहीं चाहता उस पर डिबेट करना, मैंने मान लिया। अगर आपको पता है कि जो हरियाणा गुरुद्वारा प्रबंधक कमेटी सुप्रीम कोर्ट के ऑर्डर की वायलेशन कर रही है, तो कोर्ट के दरवाजे खुले, जाइए तुरंत कोर्ट, बोलिए कि साहब आपने कुछ और कहा था, यहाँ तो कुछ और हो रहा है, आपको किसने रोका? तो आपने अभी बोला ना, जाइए कोर्ट में, आपने बोला है, सच्चाई ये है, आपने बोला है, कोर्ट ने ऐसा नहीं बोला है। सुनिए, देखिए, ऐसे बीच में आप बोलोगे तो गलत हो जाएगा। दूसरी चीज, मेरा तो केवल एक सवाल है, यक्ष प्रश्न, मैं बार बार चाहता हूं, क्योंकि जितनी तकलीफ बाकी भाइयों को हो रही है, मैं बता नहीं सकता, मुझे भी अच्छा नहीं लग रहा है। मैं केवल एक बात चाहता हूं कि अगर सेवा एक व्यक्ति भगवान की करना चाहता है, दूसरे को क्या एतराज है, वो साथ लग जाए कि भाई तू कर, मैं तेरे साथ हूं, मैं भी सेवा करूंगा। ये किसी की जाति जात थोड़ा है भाई, एतराज किस बात का? मुझे ये समझा दीजिए भी, हमें तो इस बात का एतराज है, क्या इसमें से आपको कुछ मिलने वाला है? ये तो सेवा का भाव है, इससे कुछ प्राप्त, आपको केवल भगवान की सेवा करके पुण्य मिलना है, तो आप भी ले लीजिए, आपको कौन रोक रहा है लेने के लिए? कहिए हम भी सेवा करेंगे जी, हम आपका सहयोग करेंगे, आप कीजिए सेवा, हम आपका सहयोग करते हैं। ऐतराज किस बात का? लाठी किस बात के लिए? लड़ाई झगड़ा किस बात के लिए? और आप तर्क ढूंढते हो अजीब अजीब। आप कभी सुप्रीम कोर्ट के ऑर्डर की बात करते हो, आपने सुप्रीम कोर्ट का ऑर्डर पढ़ा नहीं है मित्र। सुप्रीम कोर्ट ने डायरेक्शन दी जिस वक्त एसजीपीसी की रिव्यू पिटीशन को जब रिजेक्ट किया, तो उन्होंने हरियाणा गुरुद्वारा प्रबंधक कमेटी को मान्यता दे दी कि हाँ, हरियाणा गुरुद्वारा प्रबंधक कमेटी जो है वो एज पर लॉ बनी है, गलत नहीं है, मान्यता सुप्रीम कोर्ट ने दे दी। जब प्रबंधक कमेटी को मान्यता मिल गई तो प्रबंधक कमेटी क्या करेगी भाई? वो किस लिए बनी है? गुरु घरों की सेवा करने के लिए तो बनी है ना, जो लगातार 20 साल से, आप भी मेरे ख्याल 20 साल की उस लड़ाई में आप भी साथ होंगे करमजीत जी, आप भी यही चाहते होंगे कि हरियाणा के सिखों को सेवा का मौका मिले, आप भी उस लड़ाई में साथी होंगे ना। चलो, तो अब आप क्या कर रहे हैं? तेजवीर जी, हाँ जी, आपने उस बात का जवाब नहीं, लोग एक दूसरे पे प्रत्यारोप लगाते थे। आपने 2 बातें बोली हैं कि उनको दे दो, कि जिन्होंने है दो कमेटी के मेंबर जगदीश सिंह भी क्लियर नहीं आ रही है, आपकी आवाज कट रही है करमजीत खड़े। तेजवीर जी, ਤੁਹਾਡੀ ਆਵਾਜ਼ ਕੱਟ ਰਹੀ ਹੈ, ਸ਼ਾਇਦ ਤੁਸੀਂ ਟਰੈਵਲ ਕਰ ਰਹੇ ਹੋਵੋਗੇ ਮੇਰੇ ਖਿਆਲ ਦੇ ਨਾਲ, ਜਾਂ ਤਾਂ ਇਸ ਕਰਕੇ ਤੁਹਾਡਾ ਕਨੈਕਸ਼ਨ ਜਿਹੜਾ ਹੈ ਨੈਟਵਰਕ ਦੀ ਥੋੜੀ ਜਿਹੀ ਦਿੱਕਤ ਆ ਰਹੀ ਹੈ, ਉਹ ਆ ਨਹੀਂ ਰਹੀ ਹੈ। ਹੁਣ ਆਇਆ ਜੀ ਤੁਹਾਨੂੰ? ਹੁਣ ਤੁਹਾਨੂੰ नेटवर्क आया जी भाजी, आवाज आई है मेरी जी? हाँ, आप इनसे बात पूछें कि इस कमेटी के अंदर से ही दीदार सिंह नलवी और झंडा वो अलग हैं, और करमजीत जी सी अभी आए हैं, अभी इन्होंने थोप दिया। अभी इन्होंने 2 बातें बोली हैं, ध्यान से सुनना प्रवीण जी, इस सवाल को बिगाड़ना मत। आपने बोला है कि एक कांग्रेस का लड़के एमएलए का बेटा इसको सुप्रीम कोर्ट में लेके चले गया, तो आपको मालूम है कि एनजीपीसी के चुनाव वाली बात कर रहा हूं। अरे भाई, मैं सरपंच मैंने आपके लिए बता रहा हूँ, आपके लिए बता रहा हूँ कि इसी तरह से एसजीपीसी का चुनाव भी रुका हुआ है, और उसके अंदर भी शहरदारियों के लिए पिटीशन लगी हुई है
कि जब तक वो चुनाव नहीं हो जाता तो आप सीधा प्रबंध छीनना क्यों चाहते हैं? तो वो भी हमारे भाई हैं जो प्रबंध कर रहे हैं, उन्हें करने दें। जब तक चुनाव नहीं, चुनाव चुन कर क्यों नहीं आना चाहते आप? मुझे ये बात बताइए, आप सीधा डायरेक्ट कब्जा क्यों चाहते हैं? देखिए ऐसा है, जो नियम और कायदे उसके तहत एक कमेटी फॉर्म होती है, हरियाणा गुरुद्वारा प्रबंधक कमेटी, जिसके ऊपर एतराज लेके आप सुप्रीम कोर्ट गए थे। मतलब एसजीपीसी गई थी। मैं आप एसजीपीसी की तरफ से हैं, जिंदा साहब की तरफ से, मुझे नहीं पता। इसी एतराज को लेके तो सुप्रीम कोर्ट गए थे ना एसजीपीसी, कि ये कमेटी गैर कानूनी है। सुप्रीम कोर्ट ने क्या कहा? जब सुप्रीम कोर्ट उसको कानूनी मान रहा है तो आप एतराज करने वाले कौन होते हैं? दूसरी बात, आपने करमजीत जी के बारे में कहा कि वो अभी अभी आए हैं। देखिए, ये आप भी जानते हैं, मैं भी जानता हूं, करमजीत जी यमुनानगर के अंदर एक बहुत बड़े गुरु घर की सेवा चलाते हैं, आप जानते हैं ना। आपको याद होगा, पिपली रोड पे जो गुरु घर है यमुनानगर एंटर होने से पहले लेफ्ट साइड पे, वो करमजीत जी चलाते हैं ना। और करमजीत जी के आपको पता है कितने शिक्षण संस्थान है जहां बच्चों को शिक्षा दी जाती है, ये भी आप जानते होंगे। करमजीत जी के कॉलेज जो कॉलेज है जिसमें गुरु नानक देव जी के नाम से वो कॉलेज है, आप ये भी जानते होंगे। तो वो सिख समाज की सेवा लंबे समय से कर रहे हैं, मैं जाति तौर पे जानता हूं। मुझे देखिए, मैं ये बात इसलिए कर रहा हूं क्योंकि मुझे जानकारी है कि वो सिख समाज की सेवा लंबे समय से कर रहे हैं। इसलिए उन्हें ये मत कहिए कि वो अभी आ गए हैं जी। ऐसा करके छोटा करने का प्रयास मत कीजिए। हर आदमी अपने स्तर पे सेवा कर रहा है। मैं आपसे, आपकी सेवा से भी इनकार नहीं कर रहा हूं, आप भी कर रहे होंगे। लेकिन कानूनी रूप से जिसको सुप्रीम कोर्ट ने जगदीश जिंदा और दीदार सिंह नलवी को क्यों नहीं कर सकते? नहीं, देखिए जगदीश जिंदा जी जो है, देखिए जगदीश जिंदा जी और दीदार सिंह नलवी जी, उनके एतराज क्या थे? वजह ये थी जो अभी करनैल जी बात कर रहे थे। जिंदा साहब, जितनी मुझे जानकारी है, आपको भी पता है प्रभु, कि वो कांग्रेस सरकार, क्योंकि जब 2014 में कमेटी बनी थी तब ये आरोप था कि कांग्रेस ने बनाई है कमेटी, वो सरकार ने बनाई है, हुड्डा ने बनाई है कमेटी। वो आपको पता नहीं इस बात का? जिंदा साहब जिंदा साहब भी प्रधान, तो अब आरोप है कि आरएसएस ने बनवाई है। अभी आरोप है कि आरएसएस ने बनवाई है। मैं वही कह रहा हूं, राजनीति का विषय नहीं है, कोई भी आरोप लगाएगा। उस वक्त कर रहा है, हुड्डा साहब के ऊपर आरोप था और आपके जिंदा साहब को, आपको क्यों है? हालांकि जिंदा साहब जो है जाते थे, आईएनएलडी में भी जाते थे। लेकिन मेरा केवल ये कहना है कि माननीय सुप्रीम कोर्ट ने अगर किसी कमेटी को मान्यता दे दी है तो हम सबका कर्तव्य बनता है उसको स्वीकार करना, ना कि ऐतराज करना। और अगर ऐतराज है तो कोर्ट में चले जाइए, वापिस जाइए कोर्ट के अंदर। चुनाव में क्यों नहीं जाते? लाठी डंडे थोड़ी चलाएंगे। आप चुनाव में क्यों नहीं जाना चाहते? उस विषय पर आप बोलते नहीं है। देखिए, जो नियम है, जो एचएसजीपीसी के नियम है, हरियाणा गुरुद्वारा प्रबंधक कमेटी के जो नियम है, जो रूल्स हैं, चुनाव भी उसके हिसाब से होगा। चुनाव कोई मेरे और रूल्स बने हुए हैं। आपने चुनाव तक इंतजार क्यों नहीं किया? चुनाव तक इंतजार क्यों नहीं किया? एतराज अभी तक समझ में नहीं आ रहा मुझे, आपका एतराज अभी तक समझ में नहीं आ रहा। कोर्ट में आप नहीं जाना चाहते, आप लाठी डंडों से लड़ना चाहते हो, जिसके ऊपर करनैल जी को भी एतराज है, मुझे भी एतराज है और नवजोत जी को एतराज है, क्योंकि हम नहीं चाहते कि आपस में लड़ते हुए कोई नजर आए। तो आपको करना ये चाहिए कि अगर ऐतराज है तो कानूनी रूप से कोर्ट में जाके अपना ऐतराज दर्ज करवाएं, वरना कोर्ट की बात को स्वीकार कर ले। यही रास्ता है, इसके लिए लाठी डंडे थोड़ी चलाओगे। देखिए, मेरा आखिरी सवाल है, मुझे आप ये बताइए, ये बोल रहे हैं कि लाठी डंडे चले हैं, मैं इन्हीं को बात को बड़ा कर देता हूं कि दोनों तरफ से चले हैं। फिर ये एक ही पक्ष के लोगों को क्यों गिरफ्तार किया गया? जबकि सीसीटीवी कैमरे में आ रहे हैं, बलजीत सिंह दादूवाल के साथ वो आदमी हर समय रहता है, वो निहंग सिंह है, उसने मारे हैं। उनकी तरफ से एक भी गिरफ्तारी क्यों नहीं की गई? उनको क्यों आरक्षण दे रही है तो ये पुलिस? और किस बिना पे किया गया? 12 बजे तक पर्चा एडमिट नहीं हुआ था, तो 8 लोगों को गिरफ्तार करके आप रख लेते हो और अभी तक उनको छोड़ा नहीं गया। दूसरे पक्ष पर आपने कार्रवाई तक नहीं की है। ये कैसा है? ये क्यों हो रहा है? ये भी बता, देखिए नवजोत जी, जो मुझे जानकारी मिली है, क्योंकि इस जो नई कमेटी बनी है, इसमें एक मेरे बहुत अजीज मित्र और मेरे पड़ोसी भी हैं, रमनीक सिंह मान, वो भी इस कमेटी के अंदर हैं। तो मैंने आपके चैनल पे जुड़ने से पहले उनसे बात की, तो मुझे जो जानकारी है वो ये है कि अभी वो दमतान साहिब जो गुरु घर है वहां की सेवा ले रहे हैं। वो अभी कुरुक्षेत्र में है ही नहीं है, पहली बात। कमेटी का कोई सदस्य वहां पे नहीं है, वो सब दमतान चलो वो अगे दूसरी बात ਅੱਗੇ ਵਧਦੇ ਜਾ ਰਹੇ, ਪਰ ਇੱਕ ਗੱਲ ਹੈ ਵੀ ਜੇਕਰ ਇਹ ਗੱਲ ਉੱਠੀ ਹੈ ਕਿ ਜੇ ਟਕਰਾਅ ਹੋਇਆ, ਪਹਿਲੀ ਗੱਲ ਤਾਂ ਅਸੀਂ ਸਾਰੇ ਕਹਿੰਦੇ ਵੀ ਅਜਿਹੀ ਸਥਿਤੀ ਹੀ ਨਹੀਂ ਬਣਨੀ ਚਾਹੀਦੀ। ਜੋ ਬਣਿਆ ਉਹ ਤਾਂ ਹੈ ਹੀ ਗਲਤ ਹੈ, ਪਰ ਇਹ ਜਿਹੜੇ ਕਾਰਨਾਂ ਕਰਕੇ ਬਣੀ ਉਹ ਵੀ ਸਭ ਸੌੜੀ ਸਿਆਸਤਾਂ ਦੀ ਇੱਕ ਸਾਜ਼ਿਸ਼ ਹੈ, ਨਹੀਂ ਸੁਣੀ। ਪਰ ਹੁਣ ਇੱਕ ਪੱਖ ਤੇ ਹੀ ਕਾਰਵਾਈ क्यों? ये तो फिर एक सवाल है। देखिए, नहीं, जो इन्होंने सवाल खड़ा किया ना नवजोत भाई, देखिए मुझे उसकी बेसिक जानकारी नहीं है, इसलिए मैं कोई गलत कमेंट नहीं करूंगा। मुझे तो अभी ये कोई जानकारी नहीं है कि किसके ऊपर मुझे कोई जानकारी नहीं है। अगर मुझे आपकी जानकारी क्या ऐसा है, हिसाब से पूछ लूंगा, लेकिन मुझे अभी जानकारी नहीं है, तो मैं अगर कोई कमेंट करूंगा तो वो गलत हो जाएगा।
लेकिन अब विषय आया है तो मैं पूछूंगा जरूर एक बार। ठीक है, निश्चित है। चलो ठीक है, आप पूछो। 24 घंटे से नवजोत जी 24 घंटे के इनके पास ये जानकारी नहीं है, उनको गिरफ्तार किए हुए हो गए हैं। और अगर ये कुशेतर रहते हैं, इनसे 3.5 किलोमीटर बोडी गांव है, जर्नैल सिंह का हाथ तोड़ दिया गया है। मैं आपको फोटो भेज देता हूँ। और उनपे कृपाण मारी गई है, उनके नाम से पर्चा तक नहीं दर्ज हो रहा है। ये किसकी सह पर हो रहा है और ये लोग कौन करवाने वाले हैं? और इतनी जल्दबाजी क्या है? ਇਹ ਚੀਜ਼ ਤਾਂ ਖੈਰ ਪੱਲਾ ਝਾੜਨ ਵਾਲੀ ਗੱਲ ਹੈ, ਪਰ नहीं ऐसा नहीं नवजोत जी, मैं बताता हूँ। ਗੱਲ ਇਹ ਹੈ ਕਿ ਮਤਲਬ ਪੱਖਪਾਤ ਜਿਹੜਾ ਹੈ ਉਹ ਇੱਕ ਖਾਸ ਕਰਕੇ ਇੱਕ ਧਰਮੀ ਮਸਲੇ ਦੇ ਵਿੱਚ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਵੈਸੇ ਤਾਂ ਜਿਹੜੀ ਗੁਰੂ ਦੀ ਕਚਹਿਰੀ ਹੈ ਉਹਦੇ ਵਿੱਚ ਦੁਨਿਆਵੀ ਕਚਹਿਰੀਆਂ ਦਾ ਤਾਂ ਕੋਈ, ਮੈਂ ਕਹਿੰਦਾ ਕੋਈ ਆਧਾਰ ਹੀ ਨਹੀਂ ਹੈ। ਅਖੀਰ ਦੇ ਵਿੱਚ ਮੈਂ ਇੱਕ ਵਾਰੀ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਤੋਂ, ਜੋ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੀ ਗੱਲਬਾਤ ਰੱਖ ਰਹੇ ਆ, ਉਹਨਾਂ ਨੂੰ ਜੋੜਦੇ ਹੋਏ ਇੱਕ ਗੱਲ ਪੁੱਛਣੀ ਚਾਹੁੰਦਾ। ਜੇ ਬੀਜੇਪੀ ਵੀ ਸਹਿਮਤ ਹੁੰਦੀ ਹੈ, ਹਾਲਾਂਕਿ ਤੁਹਾਡਾ ਤਾਂ ਰਿਸ਼ਤਾ ਹੀ ਪੁਰਾਣਾ ਬੜਾ 9 ਮਾਸ ਦਾ ਰਿਸ਼ਤਾ ਰਿਹਾ ਹੈ, ਤੇ ਕਿਉਂ ਨਹੀਂ ਇਸ ਮਸਲੇ ਨੂੰ ਸੌਰਟ ਆਊਟ ਕਰ ਲਿਆ ਜਾਂਦਾ, ਜਾਂ ਫਿਰ ਇਹ ਵੱਖ ਹੋਣ ਤੋਂ ਬਾਅਦ ਹੀ ਪੀਰ ਮੁਹੰਮਦ ਜੀ ਇਹ ਸਾਰਾ ਮੈਟਰ, ਇਹ ਸਾਰਾ ਜਿਹੜੀ ਗੱਲਬਾਤ ਹੈ ਵਿਵਾਦ ਦਾ ਹਿੱਸਾ ਤਾਂ ਬਣ ਰਿਹਾ? ਦੇਖੋ, ਮੈਂ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂਗਾ ਕਿ ਬੀਜੇਪੀ ਟ੍ਰੇਲਰ ਦਿਖਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਾਨੂੰ ਇਹ ਥ੍ਰੈਟ ਕਰਨ ਦੀ ਇੱਕ ਕੋਸ਼ਿਸ਼ ਹੈ ਕਿ ਜੇ ਅਸੀਂ ਹਰਿਆਣੇ 'ਚ ਇੰਝ ਕਰ ਸਕਦੇ ਹਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਇੰਝ ਹੀ ਕਰਾਂਗੇ। ਇਹ ਗਲਤ ਨੀਤੀ ਹੈ। ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਇਹਦੇ ਤੇ ਪ੍ਰਵੀਨ ਜੀ ਤੇ ਉਹਨਾਂ ਦੀ ਪਾਰਟੀ ਨੂੰ ਦੁਬਾਰਾ ਸੋਚ ਵਿਚਾਰ ਕਰਨੀ ਚਾਹੀਦੀ ਹੈ। ਇਹ ਜਿਹੜਾ ਮਸਲਾ ਹੈ, ਜਿਸ ਤਰੀਕੇ ਨਾਲ ਧਾਰਮਿਕ ਅਸਥਾਨਾਂ ਦੇ ਅੰਦਰ ਇਸ ਪੱਧਰ ਦੀ ਰਾਜਨੀਤੀ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਉਸ ਦਾ ਆਪਸ ਵਿੱਚ ਇੱਕ ਬਹੁਤ ਗੂੜਾ ਰਿਸ਼ਤਾ ਹੈ। ਕਿਉਂਕਿ 1925 ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਉਸ ਤੋਂ ਪਹਿਲਾਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 14 ਦਸੰਬਰ ਨੂੰ ਬਣਿਆ। ਸੋ ਇਹਨਾਂ ਦਾ ਆਪ ਗੂੜਾ ਰਿਸ਼ਤਾ। ਜੇ ਤੁਸੀਂ ਕਹੋਗੇ ਕਿ ਤੁਸੀਂ ਕਿਉਂ ਦਖਲਅੰਦਾਜ਼ੀ ਕਰਦੇ ਹੋ, ਲੇਕਿਨ ਜਿੱਥੋਂ ਤੱਕ ਬੀਜੇਪੀ, ਆਮ ਆਦਮੀ ਪਾਰਟੀ ਜਾਂ ਕਾਂਗਰਸ ਵਾਲੇ, ਇਹਨਾਂ ਨੂੰ ਇਸ ਮਸਲੇ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿੱਖ ਸੰਗਤਾਂ ਜਿਹੜੀਆਂ ਨੇ ਉਹ ਰਾਜਨੀਤਿਕ ਤੌਰ ਤੇ ਸਾਰਿਆਂ ਨਾਲ ਹੀ ਜੁੜੀਆਂ ਹੋਈਆਂ ਨੇ, ਉਹ ਇੱਕ ਅਲੱਗ ਪਹਿਲੂ ਹੈ। ਲੇਕਿਨ ਆਹ ਜਿਹੜਾ ਢੰਗ ਤਰੀਕਾ ਕਿ ਤਿੰਨਾਂ ਧੜਿਆਂ ਨੂੰ ਤੁਸੀਂ ਸਰਪ੍ਰਸਤੀ ਦੇ ਕੇ ਤੇ ਉਹਨਾਂ ਦੀ ਲੜਾਈ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦੇ ਕੇ ਇਹ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਇਸ ਦਾ ਕੋਈ ਵੀ ਮਨੋਰਥ ਸਿਆਸੀ ਤੌਰ ਤੇ ਤੁਹਾਨੂੰ ਫਿੱਟ ਨਹੀਂ ਬੈਠੇਗਾ। ਠੀਕ ਹੈ, ਅੱਜ ਲੱਗ ਰਿਹਾ ਹੋਵੇਗਾ ਕਿ ਦੇਖੋ ਜੀ ਇਹ ਆਪਸ ਵਿੱਚ ਲੜ ਰਹੇ ਨੇ, ਪਰ ਜਿਹੜੇ ਤੁਹਾਡੇ ਵਰਗੇ ਪ੍ਰਵੀਨ ਜੀ, ਜਿਵੇਂ ਤੁਸੀਂ ਗੱਲ ਕਹੀ, ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ। ਜੇ ਤੁਹਾਡੇ ਮਨ ਦੇ ਵਿੱਚ ਇਸ ਗੱਲ ਦਾ ਦਰਦ ਆਇਆ ਹੈ ਤੇ ਤੁਹਾਨੂੰ ਇਹ ਫੀਲ ਹੋਇਆ ਕਿ ਇਹ ਗੱਲ ਬਹੁਤ ਮਾੜੀ ਹੋਈ ਹੈ, ਤੇ ਬਾਕੀ ਵੀ ਤੁਹਾਡੇ ਜਿਹੜੇ ਉੱਚ ਪ੍ਰਤੀਨਿਧ ਹੈਗੇ ਨੇ ਜੋ ਸਿਸਟਮ ਨੂੰ ਚਲਾ ਰਹੇ ਨੇ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਇਹਨੂੰ ਇੱਕ ਕੂਲ ਡਾਊਨ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਦਾ ਕੋਈ ਚੰਗੇ ਤਰੀਕੇ ਨਾਲ ਹੱਲ ਕੱਢਿਆ ਜਾਵੇ। ਜੇ ਇਸ ਤਰੀਕੇ ਨਾਲ ਧੱਕੇਸ਼ਾਹੀ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਲੈਣ ਦੀ ਇੱਕ ਚੱਲੇਗੀ ਪ੍ਰਕਿਰਿਆ, ਤਾਂ ਇਹ ਜਿਹੜਾ ਝਗੜਾ ਹੈ ਦਿਨੋਂ ਦਿਨ ਵਧੇਗਾ। ਤਾਂ ਇਹਦੇ ਵਿੱਚ ਦੇਖੋ ਸਾਡੀ ਤਾਂ ਹੋ ਹੀ ਰਹੀ ਹੈ, ਅਸੀਂ ਤਾਂ ਇਹਦੇ ਵਿੱਚ ਮੰਨ ਹੀ ਰਹੇ ਹਾਂ। ਬਿਲਕੁਲ ਉਹੀ ਗੱਲ ਹੈ ਨਾ, ਇਸ ਝਗੜੇ ਦੇ ਵਿੱਚੋਂ ਖੂਨ ਤਾਂ ਆਮ ਲੋਕਾਂ ਦਾ ਡੁੱਲਣਾ ਹੈ ਨਾ। ਨੁਕਸਾਨ ਤਾਂ ਨੁਕਸਾਨ ਕਿਸੇ ਧਰਮ ਦਾ, ਖੂਨ ਜਿਹੜਾ ਆਮ ਲੋਕਾਂ ਦਾ ਡੁੱਲਣਾ। ਪ੍ਰਵੀਨ ਜੀ, ਮੈਂ ਅਖੀਰ, ਕਰਨੈਲ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਕਿਤੇ ਵੀ ਬਦਨੀਤੀ ਨਹੀਂ ਹੋਣੀ ਚਾਹੀਦੀ। ਹਾਂ ਬਿਲਕੁਲ। ਪ੍ਰਵੀਨ ਜੀ, ਅਖੀਰਲਾ ਸਵਾਲ ਇਸ ਚਰਚਾ ਦਾ ਹੈਗਾ, ਜੋ ਕਰਨੈਲ ਜੀ ਨੇ ਸਵਾਲ ਖੜੇ ਕੀਤੇ ਹੈ ਕਿ ਬੀਜੇਪੀ ਜਿਹੜੇ ਹੈ ਬਦਲੇ ਦੀ ਭਾਵਨਾ ਦੇ ਨਾਲ ਇਹ ਟ੍ਰੇਲਰ ਵਿਖਾ ਰਹੀ ਹੈ ਕਿ ਅਸੀਂ ਇਦਾਂ ਵੀ ਕਰ ਸਕਦੇ ਹਾਂ, ਮਤਲਬ ਇਸ ਹੱਦ तक जाने का कारण की है? नहीं, देखिए नवजोत जी, करनैल जी जो ये सोच रहे हैं ये गलत सोच रहे हैं। भारतीय जनता पार्टी का किसी धार्मिक मसले के अंदर दखल अंदाजी का ना तो कभी विचार रहा ना कभी करती है। करनैल जी को याद दिला दूं, आज देश में वो व्यक्ति बतौर प्रधानमंत्री सेवा दे रहा है जिसने बाकायदा खंडा साहब के निशान वाला रुमाला अपने सिर पे सजाया था, जिस व्यक्ति ने खुल के जो सिखों की पगड़ी को अपने सिर पे सजाया था। और ऐसे व्यक्ति की पार्टी से आप ये सोचते हो कि वो सिख पंथ के जो आप बीच में दखलंदाजी करेगी? कतई नहीं। लेकिन मैं आपको करनैल जी एक जानकारी और दे देता हूँ। झींडा साहब के साथ एक यूथ विंग का इनका लीडर होता था, उसको व्यक्तिगत तौर पे जानता हूँ, कंवरजीत नाम है उस लड़के का, अजराना गांव है कुरुक्षेत्र के पास। आज वो हरियाणा गुरुद्वारा प्रबंधक कमेटी के साथ खड़ा है, जबकि झींडा साहब के साथ होता था, क्योंकि उसका ऐतराज भी ये था कि झींडा साहब इसको पॉलिटिसाइज करना चाहते हैं और हरियाणा के सिख चाहते हैं कि सेवा सिखों के, हरियाणा के सिखों के पास रहे। वो लड़का साथ छोड़ गया इनका, वो इनकी यूथ विंग का लीडर होता था।
ਚਲੋ ਮੈਂ ਤਾਂ ਅਖੀਰ ਦੇ ਵਿੱਚ ਇੱਕੋ ਹੀ ਗੱਲ ਕਹਿਣੀ ਚਾਹੁੰਦਾ। नवजोत जी इन्होंने रॉन्ग इन्फॉर्मेशन दी है। अजराना की वाइफ राजविंदर कौर एसजीपीसी से मेंबर थी। मैं हाँ, तो वो श्रोमणी जिंदा से नहीं थी, जिंदा से नहीं थी। और आपकी जानकारी के लिए, आपकी जानकारी के आप तथ्यों को तोड़ मोड़ कर पेश कर रहे हैं। मैंने यार भाई, हाँ, तो आज उसका जिंदा दिल्ली गुरुद्वारा प्रबंधक में मेंबर है। ये सब सिख संगत जानती है और ये भी जानती है कि यही सीएम खट्टर साहब जब संत की फोटो लगे हुए थे तो वहां पर नहीं गए थे। इस बात का ये सारी सिख संगत जानती है और दादूवाल के चरित्र के बारे में हरियाणा की सिख संगत बहुत अच्छे से जानती है। चलो मैं बड़ी अजीब बातें कर रहे हैं। दादूवाल का चरित्र, भाई आपको क्या लेना किसी के चरित्र से? आप कैसी बातें करते हो यार? पब्लिक प्लेटफॉर्म पे किसी के कैरेक्टर के ऊपर लेना देना क्यों नहीं है सर? कैसी बातें कर रहे हैं आप? हमें लेना देना, हमारी सिरमौर संस्था के ऊपर कोई आदमी जा रहा है, वो बैठ रहा है, उसके चरित्र के बारे में हम क्यों नहीं बात करेंगे? आपको पता तो वो इतने टाइम से एक्टिंग प्रेसिडेंट थे, तब क्यों नहीं एतराज किया आपने? आपको बोलना चाहिए इस बात वो इतने समय से एक्टिंग प्रेसिडेंट थे, तब एतराज कर लेते। के बारे में पता करें आप पंजाब के अंदर। अरे मुझे जानकारी नहीं है, मुझे नहीं किसी के कैरेक्टर के बारे में। तेजवीर जी मैं एक गल कहनी चाहना, मैं इत्थे गल कहनी चाहना। गल ਇਹ ਹੈ ਕਿ ਅਸੀਂ ਬਹੁਤੀ ਬਹਿਸ ਦੇ ਵਿੱਚ ਜਾਈਏ ਤੇ ਉਹਦਾ ਹੱਲ ਕੋਈ ਨਾ ਨਿਕਲੇ। ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਬਾਕੀ ਤਾਂ ਤੁਸੀਂ ਸਾਰੇ ਲੋਕ ਆਪ ਵੱਧ ਸਿਆਣੇ ਹੋ। ਗੱਲ ਇਹ ਹੈ ਕਿ ਪ੍ਰਵੀਨ ਜੀ, ਕਰਨੈਲ ਜੀ, ਤੇਜਵੀਰ ਜੀ, ਕਿਤੇ ਨਾ ਕਿਤੇ ਸਾਡੀ ਸਾਰਿਆਂ ਦੀ ਇਹਦੇ ਵਿੱਚ ਆਪੋ ਆਪਣੇ ਮਨੋਰਥਾਂ ਨੂੰ ਲੈ ਕੇ, ਇਨਕਲੂਡਿੰਗ ਮੀ ਆਲਸੋ, ਇਹ ਸਾਰਿਆਂ ਦੇ ਮਨੋਰਥਾਂ ਨੂੰ ਲੈ ਕੇ ਸਾਡੀਆਂ ਕਮੀਆਂ ਵੀ ਨੇ, ਸਾਡੀਆਂ ਘਾਟਾਂ ਵੀ ਨੇ, ਜਿਨ੍ਹਾਂ ਕਰਕੇ ਸਾਰਾ ਕੁਝ ਹੋ ਰਿਹਾ। ਕੋਈ ਧਰਨਾ ਹੋਵੇ, ਕੋਈ ਮੋਰਚਾ ਹੋਵੇ, ਉੱਥੇ ਪਿਸਦਾ ਆਮ ਬੰਦਾ ਹੁੰਦਾ, ਖੂਨ ਆਮ ਬੰਦੇ ਦਾ ਡੁੱਲਦਾ ਹੁੰਦਾ। ਫਾਇਦਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਵਿਸ਼ੇਸ਼ ਪਾਰਟੀ ਨੂੰ, ਕਿਸੇ ਨੂੰ ਵੀ ਉਹਨਾਂ ਨੂੰ ਹੁੰਦਾ। ਪਰ ਸਾਨੂੰ ਅਜਿਹੇ ਮਸਲਿਆਂ ਤੋਂ, ਅਜਿਹੀ ਰੰਗਤ ਤੋਂ, ਅਜਿਹੇ ਫਿਰਕੂਵਾਦ ਤੋਂ ਹੁਣ ਉੱਭਰ ਜਾਣਾ ਚਾਹੀਦਾ। ਜਦੋਂ ਅਸੀਂ ਗੱਲਾਂ ਚੰਨ ਤੇ ਕਲੋਨੀਆਂ ਕੱਟਣ ਦੀ ਕਰ ਰਹੇ ਹੋਈਏ, ਤੇ ਮੈਂ ਚਾਹੁੰਦਾ ਕਿ ਘੱਟੋ ਘੱਟ ਅਸੀਂ ਰਾਜਨੀਤੀ ਤੋਂ ਧਰਮ ਦੇ ਖੇਤਰ ਨੂੰ ਥੋੜਾ ਜਿਹਾ ਪਾਸੇ ਰੱਖ ਕੇ ਉਹਦੇ ਉੱਤੇ ਤਾਂ ਆਪਣੀ ਜਿਹੜੀ ਸਿਆਸੀ ਰੋਟੀਆਂ ਨਾ ਸੇਕੀਏ, ਤੇ ਉਹਦੇ ਉੱਤੇ ਜ਼ਰੂਰ ਅਸੀਂ ਸੰਜੀਦਗੀ ਦੇ ਨਾਲ ਸਾਰੇ ਹੀ ਅੱਗੇ ਵਧੀਏ। ਤੁਸੀਂ ਸਾਰਿਆਂ ਨੇ ਸਮਾਂ ਕੱਢਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ। ਸੋ ਗੱਲ ਇਹ ਹੈ ਕਿ ਜਿਹੜੀ ਸੇਵਾ ਦੀ ਗੱਲ ਬਾਣੀ 'ਚ ਹੁੰਦੀ ਹੈ, ਜਿਹੜੀ ਸੇਵਾ ਦੀ ਗੱਲ ਅਰਦਾਸ 'ਚ ਹੁੰਦੀ ਹੈ, ਜਿਹੜੀ ਸੇਵਾ ਭੱਜ ਕੇ ਲਈ ਜਾਂਦੀ ਹੈ, ਨਿਮ ਕੇ ਲਈ ਜਾਂਦੀ ਹੈ, ਉਹਦੇ ਉੱਤੇ ਅਜਿਹੀ ਜੱਦੋ ਜਹਿਦ, ਅਜਿਹਾ ਚੌਧਰਪੁਣਾ, ਅਜਿਹੀਆਂ ਵਾਰਦਾਤਾਂ ਕਿਉਂ ਹੋ ਰਹੀਆਂ ਨੇ? ਕੀ ਸੇਵਾ ਤੇ ਸਿਆਸਤ ਭਾਰੀ ਹੈ? ਇਹ ਸਵਾਲ ਜਿਹੜਾ ਹੈ ਅਸੀਂ ਤੁਹਾਡੇ ਉੱਤੇ ਛੱਡਦੇ ਹਾਂ। ਸੇਵਾ ਦੇ ਨਾਮ ਤੇ ਗੋਲਖ ਦੀ ਗੱਲ ਹੈ, ਸੇਵਾ ਦੇ ਨਾਂ ਤੇ ਕੀ ਵੋਟ ਦੀ ਗੱਲ ਹੈ, ਇਹ ਅਸੀਂ ਗੱਲ ਤੁਹਾਡੇ ਤੇ ਛੱਡ ਕੇ ਅੱਜ ਦੀ ਚਰਚਾ ਨੂੰ ਇੱਥੇ ਹੀ ਵਿਰਾਮ ਦੇਵਾਂਗੇ। ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।